ਰੰਚਕ ਰੇਤ ਖੇਤ ਤਨ ਨਿਰਮਿਤ, ਦੁਰਲਭ ਦੇ ਸਵਾਰ ਤਰੀ। ਖਾਨ ਪਾਨ ਸੋਧੇ ਸੁਖ ਪੁੰਚਤ, ਸੰਕਟ ਕਾਟ ਬਿਪਤ ਹਰੀ। ਰੰਚਕ ਰੇਤ ਖੇਤ ਤਨ ਨਿਰਮਿਤ, ਦੁਰਲਭ ਦੇ ਸਵਾਰ ਤਰੀ। ਖਾਨ ਪਾਨ ਸੋਧੇ ਸੁਖ ਪੁੰਚਤ, ਸੰਕਟ ਕਾਟ ਬਿਪਤ ਹਰੀ। ਮਾਤ ਪਿਤਾ ਭਾਈ ਅਰ ਬੰਧਪ, ਬੂਝਨ ਕੀ ਸਭ ਸੂਝ ਪਰੀ। ਵਰਦਮਾਨ ਹੋਵਤ ਦਿਨ ਪ੍ਰਤ ਨਿਤ, ਆਵਤ ਨਿਕਟ ਬਿਖਮ ਜਰੀ। ਰੇ ਗੁਣਹੀਨ ਦੀਨ ਮਾਇਆ ਕ੍ਰਿਮ, ਸਿਮਰ ਸੁਆਮੀ ਏਕ ਕਰੀ। ਕਰ ਗਹਿ ਲੇਹੁ ਕਿਰਪਾਲ ਕਿਰਪਾ ਨਿਧ, ਨਾਨਕ ਕਾਟ ਭਰਮ ਪਰੀ। ਰੇ ਗੁਣਹੀਨ ਦੀਨ ਮਾਇਆ ਕ੍ਰਿਮ, ਸਿਮਰ ਸੁਆਮੀ ਏਕ ਕਰੀ। ਕਰ ਗਹਿ ਲੇਹੁ ਕਿਰਪਾਲ ਕਿਰਪਾ ਨਿਧ, ਨਾਨਕ ਕਾਟ ਭਰਮ ਪਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਦੀਨ ਦੁਨੀ ਦੇ ਮਾਲਕ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਜੇ ਹੋਏ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਆਪ ਸਰਬੱਤ ਸੰਗਤ ਨੇ ਬੜੇ ਅਦਬ ਸਤਿਕਾਰ ਪਿਆਰ ਸਹਿਤ ਗੁਰੂ ਘਰ ਦੇ ਕੀਰਤਨੀ ਜਥੇ ਪਾਸੋਂ ਸਤਿਗੁਰਾਂ ਦੀ ਅੰਮ੍ਰਿਤਮਈ ਪਾਵਨ ਬਾਣੀ ਦਾ ਕੀਰਤਨ ਸ਼ਰਵਣ ਕੀਤਾ ਹੈ। ਉਪਰੰਤ ਲੜੀਵਾਰ ਚੱਲ ਰਹੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਵਿੱਚੋਂ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਮੁੱਖ ਵਾਕ ਸਵਈਏ, ਜਿਨ੍ਹਾਂ ਦੀ ਸਵੇਰ ਅਤੇ ਸ਼ਾਮ ਦੇ ਦੀਵਾਨਾਂ ਵਿੱਚ ਆਪ ਜੀ ਕਥਾ ਵਿਚਾਰ ਸ਼ਰਵਣ ਕਰਦੇ ਹੋ, ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਮੁੱਖ ਵਾਕ ਸਵਈਆ ਆਪ ਜੀ ਨੇ ਜਿਸ ਦਾ ਪਾਠ ਹੁਣੇ ਹੀ ਸ਼ਰਵਣ ਕੀਤਾ ਹੈ, ਮਹਾਰਾਜ ਬਖਸ਼ਿਸ਼ ਕਰਦਿਆਂ ਹੋਇਆਂ ਆਖਦੇ ਨੇ, ਹੇ ਜੀਵ ਹੇ ਮਨੁੱਖ, ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਤੂੰ ਕਿਉਂ ਗਾਉਣੇ ਹਨ? ਤੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਪ੍ਰਤੀ ਕਿਹੋ ਜਿਹੀ ਸ਼ੁਕਰਗੁਜ਼ਾਰੀ ਦੀ ਭਾਵਨਾ ਰੱਖਣੀ ਹੈ? ਭਾਵ ਤੇਰੇ ਮਨ ਅੰਦਰ, ਤੇਰੇ ਹਿਰਦੇ ਦੇ ਅੰਦਰ ਜਿੰਨਾ ਚਿਰ ਇਹ ਅਹਿਸਾਸ ਪੈਦਾ ਨਹੀਂ ਹੁੰਦਾ ਵੀ ਦਾਤਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ
ਮੈਨੂੰ ਕਿਹੋ ਜਿਹੀਆਂ ਦਾਤਾਂ ਦੇ ਕੇ ਨਿਵਾਜਿਆ ਹੈ। ਇਹਨਾਂ ਅਮੁੱਲੀਆਂ ਦਾਤਾਂ ਨੂੰ ਮੈਂ ਵਰਤ ਰਿਹਾ ਹਾਂ। ਉਸ ਅਕਾਲ ਪੁਰਖ ਵਾਹਿਗੁਰੂ ਦੀ ਦਾਤ ਨੂੰ ਖਰਚਦਿਆਂ ਹੋਇਆਂ, ਹੰਢਾਉਂਦਿਆਂ ਹੋਇਆਂ ਮੇਰਾ ਇਹ ਜੀਵਨ ਸੋਹਣਾ ਬਣਿਆ ਪਿਆ ਹੈ। ਉਨਾ ਚਿਰ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਪ੍ਰਤੀ ਸ਼ੁਕਰਗੁਜ਼ਾਰ ਧੰਨਵਾਦ ਦੀ ਭਾਵਨਾ ਦੇ ਨਾਲ ਭਰ ਨਹੀਂ ਸਕਦਾ। ਦੂਸਰੀ ਗੱਲ ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦੇ ਵਿੱਚ ਕਹੀ ਗਈ ਹੈ ਵੀ ਮਨੁੱਖ ਨੇ, ਅਸੀਂ ਜੀਵਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰ ਅਦਾ ਕਿਉਂ ਕਰਨਾ ਹੈ, ਭਾਵ ਉਸ ਦਾਤਾਰ ਨੂੰ ਚੇਤੇ ਕਿਉਂ ਰੱਖਣਾ ਹੈ। ਇਸ ਨਾਲ ਕੀ ਹੋਵੇਗਾ? ਇਸ ਦਾ ਕੀ ਕਾਰਨ ਹੈ ਵੀ ਅਸੀਂ ਅਕਾਲ ਪੁਰਖ ਵਾਹਿਗੁਰੂ ਦੀ ਦਿੱਤੀ ਹੋਈ ਦਾਤ ਨੂੰ ਹੰਢਾਉਂਦਿਆਂ ਉਸ ਦਾਤਾਰ ਵਾਹਿਗੁਰੂ ਦਾ ਸ਼ੁਕਰ ਅਦਾ ਕਰੀਏ, ਉਹਦੇ ਪ੍ਰਤੀ ਕਿਰਤੱਗਿਆ ਰਹੀਏ ਵੀ ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੁਹਾਡੀਆਂ ਦਿੱਤੀਆਂ ਦਾਤਾਂ ਨੂੰ ਅਸੀਂ ਵਰਤਦੇ ਹਾਂ ਤੇ ਮਨ ਦੇ ਅੰਦਰ ਉਸ ਰੱਬ ਦੇ ਪ੍ਰਤੀ ਸ਼ੁਕਰਗੁਜ਼ਾਰੀ ਦੀ ਭਾਵਨਾ ਰੱਖੀਏ। ਐਸਾ ਕਿਉਂ? ਕਿਉਂਕਿ ਸਤਿਗੁਰੂ ਜੀ ਆਖਦੇ ਨੇ, ਦੇਂਦੇ ਥਾਵੋਂ ਦਿੱਤਾ ਚੰਗਾ, ਮਨਮੁਖ ਐਸਾ ਜਾਣੀਐ। ਦੇਣ ਵਾਲੇ ਦਾਤਾਰ ਨਾਲੋਂ ਦਿੱਤੀ ਹੋਈ ਦਾਤ ਜ਼ਿਆਦਾ ਚੰਗੀ ਲੱਗੀ। ਦਾਤ ਤਾਂ ਮਨੁੱਖ ਨੇ ਵਰਤਣੀ ਹੀ ਸੀ, ਖਰਚਣੀ, ਸੋ ਵਰਤ ਵੀ ਰਿਹਾ, ਖਰਚ ਵੀ ਰਿਹਾ। ਪਰ ਮਹਾਰਾਜ ਕਹਿੰਦੇ ਨੇ, ਦੇਣਹਾਰ ਦਾਤਾਰ ਨੂੰ ਮਨੋਂ ਵਿਸਾਰ ਦਿੱਤਾ ਤੇ ਦਾਤ ਨਾਲ ਮਨੁੱਖ ਜੁੜ ਗਿਆ। ਦੇਂਦੇ ਥਾਵੋਂ, ਦੇਣ ਵਾਲੇ ਅਕਾਲ ਪੁਰਖ ਨਾਲੋਂ ਦਿੱਤਾ ਚੰਗਾ, ਦਿੱਤੀ ਹੋਈ ਵਸਤੂ ਜ਼ਿਆਦਾ ਮਿੱਠੀ ਤੇ ਚੰਗੀ ਲੱਗੀ। ਮਨਮੁਖ ਐਸਾ ਜਾਣੀਐ, ਐਸੇ ਵਿਅਕਤੀ ਨੂੰ, ਐਸੇ ਜੀਵ ਨੂੰ ਮਨਮੁਖ ਹੀ ਕਿਹਾ ਜਾ ਸਕਦਾ। ਭਾਵ ਉਹਦਾ ਮਨ ਪਦਾਰਥ ਦੇ ਚਸਕੇ ਵਿੱਚ ਤਾਂ ਲੱਗਾ ਹੈ, ਪਦਾਰਥ ਦੇ ਮੋਹ ਵਿੱਚ ਤੇ ਫਸਿਆ ਹੈ, ਪਰ ਉਹ ਦਾਤ ਦੇਣ ਵਾਲੇ ਦਾਤਾਰ ਵਾਹਿਗੁਰੂ ਦੇ ਗੁਣ ਨੂੰ ਕਦੇ ਚੇਤੇ ਨਹੀਂ ਰੱਖਦਾ। ਇਸ ਕਰਕੇ ਹਮੇਸ਼ਾ ਪਦਾਰਥ ਹੀ ਪਦਾਰਥ ਲੋੜਦਾ ਹੈ। ਭਾਵੇਂ ਬਹੁਤ ਵੀ ਹੋਣ ਤਾਂ ਵੀ ਉਹਦਾ ਅੰਦਰ ਦਾ ਇੱਕ ਲਗਨ ਜਿਹੜੀ, ਇੱਕ ਹੁੱਬ ਜਿਹੜੀ, ਉਹ ਜਾਂਦੀ ਨਹੀਂ ਵੀ ਹੋਰ ਮਿਲ ਜਾਏ, ਹੋਰ ਮਿਲ ਜਾਏ। ਦੌੜ ਇਹੀ ਰਹਿੰਦੀ ਹੈ ਹਰ ਵੇਲੇ, ਹਰ ਘੜੀ। ਤੇ ਦੌੜ ਇਸ ਕਰਕੇ ਕਿ ਜੋ ਹੈ ਉਸ ਵਿੱਚ ਮਨੁੱਖ ਨੂੰ ਸੰਤੁਸ਼ਟੀ ਕੋਈ ਨਹੀਂ, ਉਸ ਵਿੱਚ ਮਨੁੱਖ ਨੂੰ ਤਸੱਲੀ ਕੋਈ ਨਹੀਂ, ਉਹਦੇ 'ਚ ਉਹ ਸੈਟਿਸਫਾਈ ਨਹੀਂ। ਤੇ ਤਸੱਲੀ ਇਸ ਕਰਕੇ ਨਹੀਂ ਹੈ ਵੀ ਖਾਲੀ ਪਦਾਰਥਾਂ ਦੇ ਚਸਕਿਆਂ ਤੇ ਜੀ ਰਿਹਾ। ਦਾਤਾਰ ਜੀ ਆਖਦੇ ਨੇ, ਫਿਰ ਜਦੋਂ ਮਨ ਦੀ ਤਸੱਲੀ ਨਹੀਂ ਹੁੰਦੀ, ਮਨ ਦਾ ਰਜੇਵਾਂ ਪੂਰਾ ਨਹੀਂ ਹੁੰਦਾ, ਮਨ ਦੀ ਤ੍ਰਿਪਤੀ ਨਹੀਂ ਹੁੰਦੀ, ਫਿਰ ਸਹਿਸ ਖਟੇ ਲੱਖ ਕਉ ਉਠ ਧਾਵੈ, ਤ੍ਰਿਪਤ ਨ ਆਵੈ ਮਾਇਆ ਪਾਛੇ ਪਾਵੈ, ਅਨਿਕ ਭੋਗ ਵਿਖਿਆ ਕੇ ਕਰੈ। ਅਨਿਕ ਭੋਗ ਦਾ ਅਰਥ ਅਨੇਕਾਂ ਹੀ ਪਦਾਰਥਾਂ ਨੂੰ ਹੰਢਾਉਂਦਾ ਹੈ। ਵਿਖਿਆ ਦਾ ਅਰਥ ਜ਼ਹਿਰਮਈ, ਵਿਖਿਆ ਜ਼ਹਿਰ ਨੂੰ ਕਹਿੰਦੇ ਨੇ। ਸਤਿਗੁਰੂ ਆਖਦੇ ਉਹਨਾਂ ਪਦਾਰਥਾਂ ਨੂੰ ਜ਼ਹਿਰ ਪੀਣ ਵਾਂਗ ਵਰਤਦਾ ਹੈ। ਪਦਾਰਥ ਤੇ ਉਹੀ ਨੇ। ਕਿੱਡਾ ਵੱਡਾ ਫਰਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਸਮਝਾਇਆ ਹੈ। ਇਕਨਾਂ ਦੇ ਖਾਣ ਨੂੰ ਸਤਿਗੁਰੂ ਅੰਮ੍ਰਿਤ ਸਮਾਨ ਆਖਦੇ ਨੇ ਤੇ ਇਕਨਾਂ ਦੇ ਖਾਣ ਨੂੰ ਜ਼ਹਿਰ ਦੇ ਸਮਾਨ ਆਖਦੇ ਨੇ। ਇਕਨਾਂ ਦੇ ਪਹਿਨਣ ਨੂੰ ਪਵਿੱਤਰ ਆਖਦੇ ਨੇ, ਇਕਨਾਂ ਦੇ ਪਹਿਨਣ ਨੂੰ ਅਪਵਿੱਤਰ ਆਖਦੇ ਨੇ। ਇਕਨਾਂ ਦੇ ਜੀਵਨ ਦੇ ਵਰਤੋਂ ਵਿਹਾਰ ਦੇ ਪਦਾਰਥਾਂ ਨੂੰ ਸਤਿਗੁਰੂ ਜੀ ਸਲਾਉਂਦੇ ਨੇ ਵੀ ਚੰਗਾ ਹੈ, ਤੇ ਇਕਨਾਂ ਨੂੰ ਆਖਦੇ ਨੇ ਇਹ ਮਨੁੱਖ ਤਾਂ ਜ਼ਹਿਰ ਪੀ ਰਹੇ ਨੇ, ਇਹ ਮਨੁੱਖ ਤਾਂ ਵਿਖੇ ਫਲ ਹੰਢਾ ਰਹੇ ਨੇ, ਇਹ ਮਨੁੱਖ ਤਾਂ ਆਪਣੇ ਜੀਵਨ ਨੂੰ ਦੁੱਖਾਂ 'ਚ ਪਾ ਰਹੇ ਨੇ। ਸਤਿਗੁਰੂ ਦੋ ਤਰ੍ਹਾਂ ਦੀ ਗੱਲ ਆਪਣੀ ਬਾਣੀ ਵਿੱਚ ਕਰਦੇ ਨੇ। ਕਿਹਨਾਂ ਲਈ? ਇਕਨਾਂ ਨੂੰ ਤਾਂ ਮਹਾਰਾਜ ਆਖਦੇ ਨੇ, ਨਾਮ ਬਿਨਾ ਜੋ ਪਹਿਰੈ ਖਾਏ, ਜਿਉਂ ਕੂਕਰ ਜੂਠਨ ਮਹਿ ਪਾਏ, ਨਾਮ ਬਿਨਾ ਜੇਤਾ ਬਿਵਹਾਰ, ਜਿਉਂ ਮਿਰਤਕ ਮਿਥਿਆ ਸ਼ਿੰਗਾਰ। ਵੀ ਉਹ ਅਕਾਲ ਪੁਰਖ ਦੀ ਯਾਦ, ਉਹਦੇ ਰੱਬੀ ਗੁਣਾਂ ਤੋਂ ਬਿਨਾਂ ਜਿਹੜੇ ਜੀਵ ਖਾ ਵੀ ਰਹੇ ਨੇ, ਪਹਿਨ ਵੀ ਰਹੇ ਨੇ, ਉਹ ਜਿਵੇਂ ਕੂਕਰ ਜੂਠਨ ਮੈਂ ਪਾਏ। ਕੂਕਰ ਦਾ ਅਰਥ ਹੁੰਦਾ ਕੁੱਤਾ ਜਿਵੇਂ ਜੂਠੇ ਭਾਂਡਿਆਂ ਵਿੱਚ ਮੂੰਹ ਮਾਰਦਾ। ਭਾਵ ਵੀ ਉਹਨਾਂ ਦੀ ਸੁਰਤ ਅਟਕੀ ਹੋਈ ਹੈ ਹੋਰ 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 ਦੇ ਉੱਤੇ। ਔਰ ਮਹਾਰਾਜ ਕਹਿੰਦੇ ਨੇ ਫਿਰ ਉਹ ਦੂਸਰਿਆਂ ਦੀਆਂ ਜੇਬਾਂ ਵੱਲ ਤੱਕਦੇ, ਦੂਸਰਿਆਂ ਦੇ ਪਦਾਰਥ ਵੱਲ ਤੱਕਦੇ, ਦੂਸਰਿਆਂ ਦੀ ਦੌਲਤ ਵੱਲ ਤੱਕਦੇ, ਪਰਾਏ ਰੂਪ ਵੱਲ ਤੱਕਦੇ। ਉਹਨਾਂ ਦੀ ਅਵਸਥਾ ਹੈ ਜਿਵੇਂ ਕਿਸੇ ਦੀ ਛੱਡੀ ਹੋਈ ਜੂਠ ਵਿੱਚ ਕੂਕਰ ਮੂੰਹ ਮਾਰਦਾ। ਸੁਭਾਅ ਦੇ ਵਿੱਚ ਲੋਭ ਆਇਆ, ਲਾਲਚ ਆਇਆ, ਕਿਉਂਕਿ ਸੰਬੰਧ ਪਦਾਰਥ ਨਾਲ ਹੈ। ਵੈਸੇ ਗੁਰਬਾਣੀ ਨੇ ਆਖਿਆ ਜਦੋਂ ਮਨੁੱਖ ਦੇ ਅੰਦਰ ਇਹ ਬਿਰਤੀ ਪੈਦਾ ਹੋ ਜਾਏ, ਫਿਰ ਉਹ ਬਾਹਰੋਂ ਤਾਂ ਬੜਾ
ਸੰਬੰਧੀ ਨਜ਼ਰ ਆਉਂਦਾ ਹੈ, ਨਜ਼ਦੀਕੀ ਨਜ਼ਰ ਆਉਂਦਾ ਹੈ, ਪਰ ਸਹੀ ਮਾਇਨਿਆਂ ਦੇ ਵਿੱਚ ਉਹਦਾ ਸੰਬੰਧ ਸਾਡੇ ਨਾਲ ਨਹੀਂ ਹੁੰਦਾ। ਉਹਦਾ ਸੰਬੰਧ ਸਾਡੀ ਉਸ ਵਸਤੂ ਨਾਲ ਹੁੰਦਾ ਹੈ ਜਿਹਦੇ ਪ੍ਰਤੀ ਉਹਦੇ ਅੰਦਰ ਖਿੱਚ। ਦਾਤਾਰ ਬਾਣੀ ਵਿੱਚ ਤਾਈਓ ਆਖਦੇ, ਮਨ ਮੁਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ, ਵੇਖਦਿਆਂ ਹੀ ਭੱਜ ਜਾਨ ਕਦੇ ਨਾ ਪਾਇਨ ਬੰਦ, ਜਿਚਰ ਪਹਿਨਨ ਖਾਵਨੇ ਤਿਚਰ ਰੱਖਨ ਗੰਢ, ਜਿਤ ਦਿਨ ਕਿਛੂ ਨਾ ਹੋਵਈ ਤਿਤ ਦਿਨ ਬੋਲਨ ਗੰਧ। ਦਾਤਾਰ ਜੀ ਇਹ ਬਿਰਤੀ ਦੀ ਗੱਲ ਕਰਦੇ ਨੇ, ਪਰ ਐਸੀ ਬਿਰਤੀ ਮਨੁੱਖ ਦੇ ਅੰਦਰ ਕਿਵੇਂ ਪੈਦਾ ਹੋ ਗਈ ਹੈ? ਕਿਉਂਕਿ ਮਨੁੱਖ ਨੇ ਕੇਵਲ ਇੱਕੋ ਚੀਜ਼ ਨੂੰ ਸਾਹਮਣੇ ਰੱਖਿਆ ਹੈ, ਉਹ ਹੈ ਪਦਾਰਥ, ਉਹ ਹੈ ਦੌਲਤ, ਉਹ ਹੈ ਵਸਤੂ, ਬਸ। ਉਸਨੇ ਬਾਕੀ ਜੋ ਚੀਜ਼ਾਂ ਸਨ, ਹੋਰ ਵੀ ਜੀਵਨ ਦੀਆਂ ਬਹੁਤ ਜ਼ਰੂਰੀ ਗੱਲਾਂ ਸਨ, ਜਿਨ੍ਹਾਂ ਨੂੰ ਛੱਡ ਦਿੱਤਾ। ਇਹ ਸੁਭਾਵਿਕ ਜਿਹੀ ਗੱਲ ਹੈ, ਜਦੋਂ ਮਨੁੱਖ ਕਿਸੇ ਸਾਰੇ ਪੱਖ ਨੂੰ ਸਮਝਣ ਦੀ ਬਜਾਏ ਕੇਵਲ ਇੱਕ ਗੱਲ ਨੂੰ ਫੜ ਕੇ ਬੈਠਾ ਰਹੇਗਾ, ਉਹ ਉਹਦੇ ਉੱਤੇ ਹੀ ਹਮੇਸ਼ਾ ਜ਼ੋਰ ਦਿੰਦਾ ਰਹੇਗਾ, ਤਾਂ ਬਾਕੀ ਪੱਖ ਜਿਹੜੇ ਨੇ ਉਹਦੀ ਸੁਰਤ ਵਿੱਚੋਂ ਨਿਕਲ ਜਾਣਗੇ, ਉਧਰੋਂ ਉਹ ਅਵੇਸਲਾ ਹੋ ਜਾਏਗਾ। ਜਦੋਂ ਪਦਾਰਥ ਵੱਲ, ਦੌਲਤ ਵੱਲ, ਵਸਤੂ ਵੱਲ ਹੀ ਧਿਆਨ ਗਿਆ, ਜੀਵਨ ਦੇ ਹੋਰ ਜਿਹੜੇ ਜ਼ਰੂਰੀ ਫਰਜ਼ ਸਨ ਉਹ ਰਹਿ ਗਏ, ਹੋਰ ਕਾਰਜ ਜਿਹੜੇ ਸਨ ਵਿਸਰ ਗਏ, ਹੋਰ ਜਿਹੜੇ ਗੁਣ ਹੋਣੇ ਚਾਹੀਦੇ ਸਨ ਉਹ ਜੀਵਨ ਵਿੱਚ ਨਹੀਂ ਰਹੇ। ਇਹ ਤੇ ਠੀਕ ਹੈ ਵੀ ਪਦਾਰਥ ਮਨੁੱਖ ਨੇ ਵਰਤਨੇ ਨੇ, ਮਨੁੱਖ ਵਾਸਤੇ ਹੀ ਨੇ, ਪਰ ਇੰਨਾ ਵੀ ਪਦਾਰਥਵਾਦੀ ਇਨਸਾਨ ਹੋ ਜਾਏ ਵੀ ਉਹਦੀ ਜ਼ਿੰਦਗੀ ਦੇ ਅੰਦਰ ਰਿਸ਼ਤਿਆਂ ਦੀ ਕੋਈ ਕੀਮਤ ਨਾ ਰਵੇ, ਸੰਬੰਧਾਂ ਦਾ ਕੋਈ ਮਤਲਬ ਨਾ ਰਹਿ ਜਾਏ, ਜੀਵਨ ਵਿੱਚ ਹੋਰ ਵੀ ਕੁਝ ਤਿਆਗ ਕੁਰਬਾਨੀ ਦੇ ਗੁਣ ਨੇ, ਉਹਨਾਂ ਦਾ ਵੀ ਕੋਈ ਮਾਇਨਾ ਨਾ ਰਹਿ ਜਾਏ, ਫਿਰ ਤਾਂ ਮਨੁੱਖ ਨੂੰ ਗੁਰੂ ਸਾਹਿਬ, ਗੁਰੂ ਅਰਜਨ ਸਾਹਿਬ ਮਹਾਰਾਜ ਅੱਜ ਦੇ ਸਵਈਏ ਵਿੱਚ ਇੱਕ ਸ਼ਬਦ ਵਰਤਦੇ ਨੇ, ਮਾਇਆ ਕਿਰਮ, ਮਾਇਆ ਦਾ ਕੀੜਾ। ਜਿਵੇਂ ਕਿਸੇ ਪਦਾਰਥ ਵਿੱਚ ਹੀ ਕੀੜਾ ਪੈਦਾ ਹੋ ਜਾਏ, ਉਹਦੇ ਵਿੱਚ ਹੀ ਜਿਉਂਦਾ ਹੈ, ਜਿਵੇਂ ਗੰਦਗੀ ਦਾ ਕੀੜਾ ਗੰਦਗੀ ਦੇ ਵਿੱਚ ਹੀ ਪੈਦਾ ਹੋ ਕੇ ਉਹਦੇ ਵਿੱਚ ਹੀ ਜਿਉਂਦਾ, ਉਹਦੇ ਚੋਂ ਨਿਕਲ ਕੇ ਮਰ ਜਾਂਦਾ ਹੈ। ਮਹਾਰਾਜ ਸ਼ਬਦ ਵਰਤਦੇ ਨੇ, ਐਸਾ ਆਦਮੀ ਜਿਹਦੀ ਸੋਚ ਵਿੱਚ ਇਹ ਕੇਵਲ ਪਦਾਰਥ, ਪਦਾਰਥਵਾਦੀ ਏ, ਉਹਦੇ ਅੰਦਰ ਦੀ ਜਿਹੜੀ ਭਾਵਨਾ ਕੇਵਲ ਪਦਾਰਥ ਵਿੱਚ ਅਟਕੀ ਏ, ਵੀ ਵਰਤਣ ਵਾਲੇਵੇਂ ਤੋਂ ਪਾਸੇ ਜਾ ਕੇ ਉਹ ਮੋਹ ਤੇ ਲੋਭ ਦੇ ਆਸਰੇ ਤੇ ਆਪਣਾ ਜੀਵਨ ਹੰਢਾ ਰਿਹਾ ਹੈ, ਤੇ ਉਸਨੇ ਜੀਵਨ ਦੀਆਂ ਬਾਕੀ ਗੱਲਾਂ ਛੱਡ ਦਿੱਤੀਆਂ ਨੇ। ਗੁਣ ਜਿਹੜੇ ਸਨ ਜੀਵਨ ਵਿੱਚ ਹੋਣੇ ਚਾਹੀਦੇ ਉਹ ਵੀ ਤਿਆਗ ਦਿੱਤੇ ਨੇ, ਮਨੁੱਖਤਾ ਵਾਲਾ ਸੁਭਾਅ ਛੱਡ ਦਿੱਤਾ ਹੈ, ਤੇ ਕੁਕਰਮਾਂ ਤੇ ਪਾਪ ਦੇ ਰਾਹ ਦੇ ਉੱਤੇ ਤੁਰ ਪਿਆ। ਚਸਕੇ ਭੋਗਣ ਵਾਸਤੇ ਉਹਨੂੰ ਗੁਰੂ ਅਰਜਨ ਸਾਹਿਬ ਮਾਇਆ ਦਾ ਕੀੜਾ ਕਹਿੰਦੇ ਨੇ। ਰੇ ਗੁਣਹੀਨ ਦੀਨ ਮਾਇਆ ਕਿਰਮ, ਇਹ ਤਾਂ ਮਾਇਆ ਦਾ ਕੀੜਾ ਹੈ, ਇਹ ਤੋਂ ਬਾਹਰ ਇਹ ਜੀ ਨਹੀਂ ਸਕਦਾ, ਇਸ ਤੋਂ ਬਾਅਦ ਇਹਦੀ ਜ਼ਿੰਦਗੀ ਕੋਈ ਨਹੀਂ, ਇਸ ਤੋਂ ਬਾਹਰ ਇਹ ਸੋਚ ਹੀ ਨਹੀਂ ਸਕਦਾ। ਭਗਤ ਰਵਿਦਾਸ ਸਾਹਿਬ ਜੀ ਨੇ ਇੱਕ ਬੜਾ ਕੀਮਤੀ ਸ਼ਬਦ ਵਰਤਿਆ, ਉਦਾਹਰਣ ਵਰਤੀਏ। ਉਹ ਸ਼ਬਦ ਵਰਤਦੇ ਨੇ, ਕੂਪ ਭਰਿਓ ਜੈਸੇ ਦਾਦੇਰਾ। ਦਾਦਰ ਕਹਿੰਦੇ ਨੇ ਡੱਡੂ ਨੂੰ, ਕੂਪ ਕਹਿੰਦੇ ਨੇ ਖੂਹ ਨੂੰ। ਕਹਿੰਦੇ ਜਿਵੇਂ ਖੂਹ ਦੇ ਵਿੱਚ ਰਹਿਣ ਵਾਲੇ ਡੱਡੂ ਜਿਹੜੇ ਨੇ, ਉਹਨਾਂ ਵਾਸਤੇ ਉਹੋ ਹੀ ਸਾਰੀ ਦੁਨੀਆ, ਉਹੋ ਹੀ ਸਾਰਾ ਸੰਸਾਰ ਹੈ। ਉਸ ਤੋਂ ਬਾਹਰ ਉਹ ਨਹੀਂ ਜਾਣਦੇ ਵੀ ਇਹ ਖੂਹ ਤਾਂ ਕੱਖ ਵੀ ਨਹੀਂ ਹੈ, ਇਸ ਧਰਤੀ ਦਾ ਇੱਕ ਮਾਮੂਲੀ ਜਿਹਾ ਹਿੱਸਾ, ਮਾਮੂਲੀ ਜਿਹਾ, ਸ਼ਾਇਦ ਇਹ ਤੇ ਨਕਸ਼ੇ ਵਿੱਚ ਵੀ ਨਹੀਂ ਆਏਗਾ। ਪਰ ਉਸ ਖੂਹ ਵਿੱਚ ਰਹਿਣ ਵਾਲੇ ਉਹ ਡੱਡੂ ਸੋਚਦੇ ਨੇ ਇਹ ਸਾਰੀ ਦੁਨੀਆ ਹੈ, ਸਾਰਾ ਸੰਸਾਰ ਹੈ, ਸਾਰਾ ਬ੍ਰਹਿਮੰਡ ਹੈ, ਕਿਉਂਕਿ ਉਹਨਾਂ ਦੀ ਪਹੁੰਚ ਉੱਥੋਂ ਤੱਕ ਹੀ ਹੈ, ਉਹਨੇ ਇੱਕ ਦਾਇਰੇ ਤੱਕ। ਉਹ ਸਮਝਦੇ ਨੇ ਇਹੋ ਹੀ ਸਾਰਾ ਕੁਝ ਹੈ, ਜੋ ਵੀ ਇਹੋ ਹੀ ਹੈ। ਭਗਤ ਜੀ ਸ਼ਬਦ ਵਰਤਦੇ, ਕਹਿੰਦੇ ਕੂਪ ਭਰਿਓ ਜੈਸੇ ਦਾਦੇਰਾ, ਕਛ ਦੇਸ਼ ਵਿਦੇਸ਼ ਨਾ ਬੂਝ, ਐਸੇ ਠੀਕ ਇਸੇ ਤਰੀਕੇ ਨਾਲ ਐਸੇ ਮੇਰਾ ਮਨ ਵਿਖਿਆ ਬਿਮੋਹਿਆ। ਵਿਖਿਆ ਦਾ ਅਰਥ ਪਦਾਰਥਵਾਦੀ ਸੋਚ ਦਾ ਹੋ ਗਿਆ, ਲੋਭ ਦੇ ਵਾਸੇ, ਮੋਹ ਦੇ ਵਾਸੇ, ਚਸਕਿਆਂ ਦੇ ਵਾਸੇ, ਇਸ ਤੋਂ ਬਾਹਰ ਇਹ ਨਹੀਂ ਸੋਚਦਾ। ਇਸ ਤੋਂ ਬਾਹਰ ਗੌਰ ਕਰਨਾ, ਇੱਕ ਉਦਾਹਰਣ ਮਾਤਰ ਮੈਂ ਇਹ ਗੱਲ ਕਰ ਰਿਹਾ। ਜਦੋਂ ਮਨੁੱਖ ਡਰੱਗ ਲੈਣਾ ਸ਼ੁਰੂ ਕਰਦਾ ਹੈ, ਨਸ਼ਾ ਕਰਦਾ ਹੈ, ਸ਼ਰਾਬ ਪੀਂਦਾ ਹੈ, ਉਹਨੂੰ ਕਿੰਨੀ ਵਾਰ ਲੋਕ ਘਰ ਦੇ ਮੈਂਬਰ, ਜਦੋਂ ਦੀ ਆਦਤ ਉਹਦੀਆਂ ਹੱਦਾਂ ਟੱਪ ਜਾਂਦੀ ਹੈ, ਜਦੋਂ ਦੂਜਿਆਂ ਦੀ ਜ਼ਿੰਦਗੀ ਨੂੰ ਤਬਾਹੀ ਦੇਣ ਲੱਗ ਪੈਂਦਾ ਹੈ, ਤੇ ਕਿੰਨੀ ਵਾਰ ਉਹਨੂੰ ਸਮਝਾਇਆ ਜਾਂਦਾ ਹੈ ਵੀ ਤੇਰਾ ਪਰਿਵਾਰ ਅਪਸੈਟ ਹੋ ਰਿਹਾ ਹੈ, ਮਾਹੌਲ ਪਰਿਵਾਰ ਦਾ ਖਰਾਬ ਹੁੰਦਾ ਹੈ, ਤੇਰੀ ਸਿਹਤ ਖਰਾਬ ਹੁੰਦੀ ਹੈ, ਮਿਹਨਤ ਦਾ ਪੈਸਾ ਤੂੰ ਅਜਾਈਂ ਗਵਾਉਣਾ ਹੈ, ਸਮਾਜ ਵਿੱਚ ਇੱਜ਼ਤ ਵਾਧੂ ਦੀ ਘਟ ਰਹੀ ਹੈ, ਇਹ ਸਭ ਕੁਝ ਇੰਨੇ ਤੂੰ ਨੁਕਸਾਨ ਝੱਲ ਰਿਹਾ, ਕੇਵਲ ਆ ਮਾਮੂਲੀ ਜਿਹੀ ਚੀਜ਼ ਬਦਲੇ, ਇਹਦੇ ਤੋਂ ਬਿਨਾਂ ਵੀ ਤੂੰ ਜੀ ਸਕਦਾ ਹੈ। ਇਹ ਕੋਈ ਜ਼ਰੂਰੀ ਚੀਜ਼ ਤਾਂ ਨਹੀਂ ਜੀਵਨ ਵਾਸਤੇ, ਸਰੀਰ ਵਾਸਤੇ, ਤੂੰ ਜੀ ਸਕਦਾ ਹੈ।
ਪਰ ਗੌਰ ਕਰਨਾ ਉਸ ਆਦਮੀ ਦੇ ਪੱਲੇ ਜਦੋਂ ਕੋਈ ਗਿਆਨ ਦੀ ਗੱਲ ਨਹੀਂ ਪੈਂਦੀ, ਕੋਈ ਸਮਝ ਦੀ ਗੱਲ ਨਹੀਂ ਪੈਂਦੀ, ਸਮਝਾਉਣ ਵਾਲੇ ਵੀ ਥੱਕ ਜਾਂਦੇ ਨੇ। ਆਪਣੇ ਯਤਨ ਹਰ ਕੋਈ ਕਰਕੇ ਵੇਖਦਾ, ਰਿਸ਼ਤੇਦਾਰ ਕਰਦੇ ਨੇ, ਪਰਿਵਾਰ ਦੇ ਲੋਕ ਕਰਦੇ ਨੇ, ਮਿੱਤਰ ਦੋਸਤ ਕਰਦੇ ਨੇ, ਸੁਸਾਇਟੀ ਦੇ ਲੋਕ ਕਰਦੇ, ਥੱਕ ਜਾਂਦੇ ਨੇ। ਕਈ ਵਾਰ ਐਸਾ ਵੀ ਹੁੰਦਾ, ਕੋਈ ਗਿਆਨ ਦੀ ਗੱਲ ਅਸਰ ਨਹੀਂ ਕਰਦੀ, ਕੋਈ ਸੋਝੀ, ਕੋਈ ਸਲਾਹ ਉਸ ਆਦਮੀ ਨੂੰ ਦਈਏ ਤਾਂ ਸਭ ਬੇਕਾਰ ਹੈ। ਕਾਰਨ ਕਿ ਉਹ ਫਿਰ ਵੀ ਆਪਣੇ ਚਸਕੇ ਵਿੱਚ ਲੱਗਾ ਔਰ ਬੜਾ ਵੱਡਾ ਲਾਸ, ਬੜਾ ਵੱਡਾ ਨੁਕਸਾਨ ਉਹ ਆਪਣੇ ਜੀਵਨ ਵਿੱਚ ਝੱਲਦਾ ਹੈ। ਆਪਣੇ ਪਰਿਵਾਰਕ ਸੰਬੰਧ ਖਰਾਬ ਕਰ ਲੈਂਦਾ ਹੈ, ਪਰਿਵਾਰ ਵਿੱਚ ਬੇਚੈਨੀ ਆ ਗਈ, ਸਰੀਰ ਰੋਗੀ ਹੋ ਗਿਆ, ਪੈਸਾ ਵਾਧੂ ਦਾ ਖਰਚ ਕੀਤਾ, ਬੜਾ ਕੁਝ ਨੁਕਸਾਨ ਕਈ ਪੱਖਾਂ ਤੋਂ ਇਨਸਾਨ ਨੇ ਸਹਿਣ ਕਰ ਲਿਆ, ਪਰ ਉਹ ਚਸਕਾ ਨਹੀਂ ਛੱਡਿਆ। ਹੁਣ ਐਸੇ ਸੁਭਾਅ ਨੂੰ ਗੁਰਬਾਣੀ ਮਾਇਆ ਦਾ ਕੀੜਾ ਹੀ ਆਖਦੀ ਹੈ ਨਾ। ਇਹ ਤਾਂ ਕੀੜਾ ਹੈ, ਉਹਦੇ ਵਿੱਚ ਹੀ ਜੀ ਰਿਹਾ, ਉਦੋਂ ਬਾਹਰ ਸੋਚਦਾ ਹੀ ਨਹੀਂ। ਉਹਨੇ ਆਪਣਾ ਇੱਕ ਪੱਖ ਤਾਂ ਉਸਨੇ ਵੇਖ ਲਿਆ ਵੀ ਮਨ ਨੂੰ ਸਕੂਨ ਮਿਲਦਾ ਹੈ, ਬੋਡੀ ਨੂੰ ਠੀਕ ਲੱਗਦੀ ਹੈ, ਮਨ ਉਸ ਪਾਸੇ ਲਗਨ ਲੱਗ ਗਈ, ਹੌਲੀ ਹੌਲੀ ਮਨੁੱਖ ਉਹਦੇ ਜੋਗਾ ਹੀ ਹੋ ਗਿਆ। ਪਰ ਉਸ ਚਸਕੇ ਨੇ ਮਨੁੱਖ ਦੇ ਜੀਵਨ ਦੇ ਬਾਕੀ ਸਾਰੇ ਪੱਖ ਜਿਹੜੇ ਸਨ ਬੇਰੰਗ ਕਰ ਦਿੱਤੇ, ਬਰਬਾਦ ਕਰ ਦਿੱਤੇ। ਉਹਨਾਂ ਵੱਲ ਧਿਆਨ ਨਹੀਂ ਦਿੱਤਾ ਕਿ ਪਰਿਵਾਰ ਵੀ ਹੈ, ਸੁਸਾਇਟੀ ਵੀ ਹੈ, ਮੇਰੀ ਸਿਹਤ ਵੀ ਹੈ, ਜੀਵਨ ਦਾ ਬਹੁਤ ਕੀਮਤੀ ਸਮਾਂ ਔਰ ਜੀਵਨ ਦਾ ਵਿਹਾਰ ਮੈਂ ਕੋਝਾ ਕਰ ਲਿਆ, ਗਵਾ ਲਿਆ। ਕਿੰਨਾ ਵੱਡਾ ਨੁਕਸਾਨ ਇੱਕ ਮਨੁੱਖ ਇੱਕ ਵਸਤੂ ਬਦਲੇ ਝੱਲ ਰਿਹਾ, ਕਿਉਂਕਿ ਉਹਨੇ ਜੀਵਨ ਦੀਆਂ ਬਾਕੀ ਗੱਲਾਂ ਨੂੰ ਪਾਸੇ ਛੱਡ ਕੇ ਕੇਵਲ ਇੱਕ ਚੀਜ਼ ਉੱਤੇ, ਜੋ ਉਹਦੇ ਮਨ ਨੂੰ ਭੈੜਾ ਚਸਕਾ ਲੱਗਿਆ ਹੋਇਆ ਸੀ, ਉਹਦੇ ਉੱਤੇ ਹੀ ਉਹ ਰੁੱਝਿਆ ਰਿਹਾ, ਉਹਦੀ ਸੁਰਤ ਅਟਕੀ ਰਹੀ। ਹੁਣ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹ ਬਿਰਤੀ ਦੀ ਗੱਲ ਜਦੋਂ ਕਰਦੇ ਨੇ, ਇਹ ਤਾਂ ਇੱਕ ਉਦਾਹਰਣ ਮਾਤਰ ਚੀਜ਼ ਹੈ। ਸੰਸਾਰ ਦੇ ਅੰਦਰ ਮਨੁੱਖ ਜਦੋਂ ਵੀ ਐਸਾ ਵਿਹਾਰ ਕਰਦਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਉਸ ਨੂੰ ਮਾਇਆ ਵਿੱਚ ਜੀਣ ਵਾਲੇ ਕੀੜੇ ਨਾਲ ਤੁਲਨਾ ਦਿੰਦੇ ਨੇ। ਰੇ ਗੁਣਹੀਨ ਦੀਨ ਮਾਇਆ ਕਿਰਮ ਸਿਮਰ ਸੁਆਮੀ ਏਕ ਘਰੀ। ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਜੀਵਨ ਦਾ ਮਾਰਗ ਹੈ, ਜੀਵਨ ਨੂੰ ਸਮਝਣ ਤੇ ਅਪਣਾਉਣ ਦੀ ਗੱਲ ਗੁਰਬਾਣੀ ਕਰਦੀ। ਜੀਵਨ ਇਹ ਨਹੀਂ ਵੀ ਸਵਾਸ ਚੱਲ ਰਹੇ ਨੇ, ਨਬਜ਼ ਚੱਲ ਰਹੀ ਹੈ ਤੇ ਸਾਹ ਆ ਰਹੇ ਨੇ, ਇਹੋ ਇਸੇ ਦਾ ਨਾਮ ਹੀ ਜੀਵਨ ਨਹੀਂ ਹੈ। ਇਹਨੂੰ ਜਿਉਣ ਦਾ ਤਰੀਕਾ ਕੀ ਹੈ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਵਿਸ਼ੇ ਉੱਤੇ ਗੱਲ ਕਰਦੇ ਨੇ। ਮੈਂ ਅੱਗੇ ਵੀ ਕਈ ਵਾਰ ਇਹ ਗੱਲ ਸੰਗਤ ਨਾਲ ਸਾਂਝੀ ਕੀਤੀ ਹੈ ਕਿ ਜਿਵੇਂ ਬਾਹਰੀ ਤੌਰ ਉੱਤੇ ਵਿਗਿਆਨ ਦੀ ਖੋਜ ਹੈ, ਮਾਦੇ ਦੀ ਖੋਜ, ਪਦਾਰਥ ਦੀ ਖੋਜ, ਉਹ ਹਰ ਇੱਕ ਚੀਜ਼ ਨੂੰ ਖੋਜਦਾ ਹੈ, ਲੱਭਦਾ ਹੈ, ਛਾਣਬੀਣ ਕਰਦਾ ਹੈ, ਟੁੱਟ ਭੱਜ ਦਾ ਪਤਾ ਲਾਉਂਦਾ ਹੈ, ਨਵੀਂ ਚੀਜ਼ ਦੀ ਘਾੜਤ ਘੜਨ ਦੀ ਗੱਲ ਕਰਦਾ ਹੈ, ਉਹ ਤਨ ਦੀਆਂ ਸਹੂਲਤਾਂ ਪੈਦਾ ਕਰਦਾ ਹੈ। ਧਰਮ ਦਾ ਇਹਦੋਂ ਬੜਾ ਵੱਖਰਾ ਰਾਹ ਹੈ। ਧਰਮ ਦਾ ਮਾਰਗ ਹੈ ਮਨੁੱਖ ਨੂੰ ਉਹਦੇ ਜੀਵਨ ਦੇ ਪ੍ਰਤੀ ਸੁਚੇਤ ਕਰਨਾ ਵੀ ਜੀਵਨ ਕੀ ਹੈ। ਜੇ ਇਨਸਾਨ ਦੇ ਅੰਦਰ ਜ਼ਿੰਦਗੀ ਦਾ ਅਰਥ ਸਮਝ ਵਿੱਚ ਨਾ ਆਵੇ, ਮਨੁੱਖ ਦੇ ਪੱਲੇ ਨਾ ਪਵੇ, ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਇਹੀ ਜੀਵਨ ਜਿਹੜਾ ਅਸੀਂ ਜੀ ਰਹੇ ਹਾਂ ਸਭ ਤੋਂ ਵੱਡਾ ਬੋਝ ਸਾਡੇ ਲਈ ਬਣ ਜਾਂਦਾ ਹੈ, ਉਲਝਣ ਬਣ ਜਾਂਦਾ ਹੈ। ਇਸ ਕਰਕੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸ਼ਬਦ ਵਰਤਦੇ ਨੇ, ਹੇ ਮਨੁੱਖ ਤੈਨੂੰ ਬਾਰ-ਬਾਰ ਜਦੋਂ ਇਹ ਸ਼ਬਦ ਵਰਤ ਕੇ ਸਮਝਾਇਆ ਜਾਂਦਾ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਸ਼ੁਕਰਗੁਜ਼ਾਰ ਹੋਣਾ, ਉਹਦੀਆਂ ਦਿੱਤੀਆਂ ਦਾਤਾਂ ਦੇ ਪ੍ਰਤੀ ਵੀ ਹੇ ਅਕਾਲ ਪੁਰਖ ਵਾਹਿਗੁਰੂ ਤੂੰ ਇਹ ਦਾਤ ਮੈਨੂੰ ਬਖਸ਼ਿਸ਼ ਕੀਤੀ ਹੈ, ਤੇਰਾ ਸ਼ੁਕਰਾਨਾ ਹੈ, ਤੇਰਾ ਸ਼ੁਕਰ। ਮਨ ਅੰਦਰ ਇਹ ਭਾਵਨਾ ਰੱਖਣੀ ਹੈ। ਤਾਂ ਇਸ ਦਾ ਭਾਵ ਹੈ ਵੀ ਮੇਰੀ ਮਤ ਜਿਹੜੀ ਹੈ ਉਹ ਕੇਵਲ ਤੇ ਕੇਵਲ ਪਦਾਰਥਵਾਦੀ ਨਾ ਬਣ ਜਾਏ, ਮੈਂ ਰੱਬ ਦੇ ਗੁਣਾਂ ਵੱਲ ਵੀ ਧਿਆਨ ਕਰਾਂ। ਮੇਰੇ ਅੰਦਰ ਜਦੋਂ ਰੱਬ ਦਾ ਧਿਆਨ ਆਉਂਦਾ ਹੈ ਤਾਂ ਰੱਬ ਦੀ ਮਨੁੱਖਤਾ ਦਾ ਮੈਨੂੰ ਚੇਤਾ ਆਉਂਦਾ ਹੈ ਵੀ ਬੜਾ ਵੱਡਾ ਤੂੰ ਬ੍ਰਹਿਮੰਡ ਪੈਦਾ ਕੀਤਾ ਹੈ। ਰੱਬ ਦਾ ਚੇਤਾ ਕਰਨ ਦਾ ਭਾਵ ਹੈ ਵੀ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੀ ਰਜ਼ਾ ਦੀ ਮੈਨੂੰ ਸੋਝੀ ਹੋ ਜਾਏ। ਜੇ ਅਕਾਲ ਪੁਰਖ ਇਹ ਦਾਤ ਦੇ ਰਿਹਾ ਸ਼ੁਕਰ ਹੈ, ਉਹਦੀ ਰਜ਼ਾ ਇਹ ਹੈ ਵੀ ਇਹ ਦਾਤ ਇੱਕ ਦਿਨ ਹੱਥੋਂ ਚਲੀ ਵੀ ਜਾਏਗੀ ਤਾਂ ਵੀ ਉਹਦੇ ਸ਼ੁਕਰ ਵਿੱਚ ਜੀਵਾਂਗਾ। ਸਵਾਲ ਇਹ ਹੈ, ਅੱਜ ਤੇ ਹੈ ਖੁਸ਼ੀ ਇਸ ਗੱਲ ਦੀ, ਅਗਰ ਇਹੀ ਵਸਤੂ ਕੱਲ ਨੂੰ ਨਾ ਹੋਈ ਤਾਂ ਫਿਰ ਉਸ ਵੇਲੇ ਮਨ ਦੇ ਅੰਦਰ ਜਿਹੜਾ ਘਾਟਾ ਮਨ ਨੂੰ ਮਹਿਸੂਸ ਹੋਵੇਗਾ, ਜਿਹੜਾ ਤੋਟਾ ਲੱਗੇਗਾ ਜੀਵਨ ਨੂੰ, ਜਿਹੜਾ ਜੀਵਨ ਦੇ ਅੰਦਰ ਬੇਚੈਨੀ ਪੈਦਾ ਹੋਵੇਗੀ, ਉਸ ਨੂੰ ਸੰਭਾਲਣ ਦੀ ਤਰਕੀਬ ਮਨੁੱਖ ਦੇ ਕੋਲ ਕੋਈ ਨਹੀਂ ਹੈ। ਇਸ ਕਰਕੇ ਜਦੋਂ ਵੀ ਮਨੁੱਖ ਦਾਤਾਂ ਨੂੰ ਵਰਤਦਾ ਹੈ, ਪਦਾਰਥ ਨੂੰ ਵਰਤਦਾ ਹੈ, ਹੰਡਾਉਂਦਾ ਹੈ, ਆਪਣੇ ਚਾਅ ਪੂਰੇ ਕਰਦਾ ਹੈ, ਜਦੋਂ ਕੋਈ ਚੀਜ਼ ਹੌਲੀ ਹੌਲੀ ਇਹਦੇ ਹੱਥੋਂ ਨਿਕਲਣੀ ਸ਼ੁਰੂ ਹੁੰਦੀ ਹੈ, ਉਦੋਂ ਕਿਹੜੇ ਮਨ ਦੀ ਬੇਚੈਨੀ ਦੇ ਨੁਸਖੇ ਪੁੱਛਦਾ ਹੈ, ਤਰੀਕੇ ਪੁੱਛਦਾ ਹੈ, ਜੁਗਤਾਂ ਪੁੱਛਦਾ ਹੈ,
ਔਰ ਫਿਰ ਜਗ੍ਹਾ ਜਗ੍ਹਾ ਦੇ ਉੱਤੇ ਜਾ ਕੇ ਭਟਕਦਾ ਹੈ, ਭੀਖ ਮੰਗਦਾ ਹੈ, ਧਾਰਮਿਕ ਅਸਥਾਨਾਂ ਉੱਪਰ ਵੀ ਜਾਂਦਾ ਹੈ, ਧਾਰਮਿਕ ਪਹਿਰਾਵੇ ਵਾਲਿਆਂ ਕੋਲ ਜਾ ਕੇ ਤਕਨੀਕਾਂ ਪੁੱਛਦਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਮਨ ਦੀਆਂ ਇਵੇਂ ਇੱਕ ਇੱਕ ਕਰਕੇ ਪਰਤਾਂ ਖੋਲ ਕੇ ਸਾਨੂੰ ਦੱਸਦੇ ਨੇ ਵੀ ਕਾਰਨ ਕੀ ਨੇ ਮਨੁੱਖ ਦੀ ਭਟਕਣਾ ਦੇ। ਖਾਲੀ ਗੱਲ ਇੰਨੀ ਤੇ ਨਹੀਂ ਹੈ ਨਾ ਵੀ ਮਨ ਭਟਕ ਰਿਹਾ ਹੈ ਜੀ ਇਵੇਂ ਕਰ ਲਓ, ਨਹੀਂ, ਪਰਤ ਵੀ ਇਹ ਮਨ ਦੇ ਅੰਦਰ। ਸੁਭਾਅ ਕੀ ਹੈ ਮਨ ਦਾ? ਮਨ ਦੇ ਸੁਭਾਅ ਨੂੰ ਜਾਣੇ ਬਿਨਾਂ ਇਹਨੂੰ ਸੁਧਾਰਿਆ ਨਹੀਂ ਜਾ ਸਕਦਾ। ਗੁਰਬਾਣੀ ਜਿਹੜੀ ਉਹ ਸਾਨੂੰ ਮਨ ਦੇ ਸੁਭਾਅ ਬਾਰੇ ਸੁਚੇਤ ਕਰਦੀ ਹੈ ਵੀ ਜੇ ਇਸ ਨੂੰ ਸਵਾਰਨਾ ਤੇ ਇਹਦੇ ਸੁਭਾਅ ਨੂੰ ਸਮਝ ਵੀ ਮਨ ਦਾ ਵਿਚਾਰ ਕੀ ਹੈ, ਮਨ ਦਾ ਵਿਹਾਰ ਕੀ ਹੈ, ਮਨ ਦਾ ਸੁਭਾਅ ਕੀ, ਮਨ ਦੀ ਪ੍ਰਵਿਰਤੀ ਕੀ ਹੈ। ਇਹ ਫਰਕ ਹੈ। ਇਸ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਸ਼ਬਦ ਵਰਤਦੇ ਨੇ, ਇਸ ਮਨ ਕੋ ਕੋਈ ਖੋਜੋ ਭਾਈ, ਮਨ ਖੋਜਤ ਨਾਮ ਨੌ ਨਿਧ ਪਾਈ। ਆਪਣੇ ਇਸ ਮਨ ਨੂੰ ਜਾਣੋ, ਮਨ ਦੇ ਸੁਭਾਅ ਬਾਰੇ ਜਾਣਨ ਦੀ ਕੋਸ਼ਿਸ਼ ਕਰੋ ਵੀ ਮਨ ਕੀ ਕਰਦਾ ਹੈ। ਜਿਵੇਂ ਸਾਡਾ ਸਰੀਰ ਰੋਗੀ ਹੋਵੇ ਤੇ ਡਾਕਟਰ ਕਹਿੰਦਾ ਹੈ ਤੁਸੀਂ ਕੀ ਖਾਧਾ ਹੈ, ਤੁਸੀਂ ਕਿਹੋ ਜਿਹਾ ਖਾਣਾ ਪਸੰਦ ਕਰਦੇ ਹੋ, ਸਾਡੇ ਸਰੀਰ ਦੀਆਂ ਹਾਲਤਾਂ ਬਾਰੇ ਉਹ ਜਾਣਦਾ ਹੈ। ਕਿਉਂਕਿ ਜਿੰਨਾ ਚਿਰ ਸਾਡੀ ਬੋਡੀ ਦਾ ਉਸ ਨੂੰ ਪਤਾ ਨਹੀਂ ਲੱਗੇਗਾ ਵੀ ਕੀ ਕੀ ਇਹ ਬੰਦਾ ਖਾਂਦਾ ਹੈ ਤੇ ਕਿਹੜੀ ਕਿਹੜੀ ਚੀਜ਼ ਨਾਲ ਇਹਨੂੰ ਪ੍ਰੋਬਲਮ ਹੋ ਸਕਦੀ ਹੈ, ਉਹਨਾਂ ਚਿਰ ਉਹ ਆਪਣਾ ਟ੍ਰੀਟਮੈਂਟ ਸ਼ੁਰੂ ਨਹੀਂ ਕਰਦਾ ਜਿੰਨਾ ਚਿਰ ਉਹ ਪੂਰੀ ਤਰ੍ਹਾਂ ਜਾਣਨ ਦੀ ਕੋਸ਼ਿਸ਼ ਨਹੀਂ ਕਰ ਲੈਂਦਾ ਵੀ ਵਜ੍ਹਾ ਕੀ ਹੈ, ਕਾਰਨ ਕੀ ਹੈ। ਖਿਮਾ ਕਰਨਾ, ਅਸੀਂ ਮਨ ਦੀ ਸ਼ਾਂਤੀ ਦੇ ਦਾਅਵੇ ਤੇ ਕਰਦੇ ਹਾਂ, ਪਰ ਗੁਰਬਾਣੀ ਦੇ ਮੁਤਾਬਕ ਅਸੀਂ ਆਪਣੇ ਮਨ ਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ ਵੀ ਮਨ ਨੂੰ ਰੋਗ ਕਾਹਦਾ ਹੈ, ਬਿਮਾਰੀ ਕਾਹਦੀ ਹੈ। ਕੋਈ ਚੁਟਕੀ ਵਜਾਉਣ ਵਾਲਾ ਜਾਦੂ ਨਹੀਂ ਹੈ ਵੀ ਮਨ ਟਿਕ ਜਾਏ। ਕਿਵੇਂ ਟਿਕ ਜਾਏ? ਗੁਰੂ ਗ੍ਰੰਥ ਸਾਹਿਬ ਮਹਾਰਾਜ ਇਸੇ ਕਰਕੇ ਕਹਿੰਦੇ ਨੇ ਗਿਆਨ ਕਾ ਬੱਧਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ। ਗੁਰੂ ਦੇ ਉਪਦੇਸ਼ ਤੋਂ ਬਿਨਾ ਮਨ ਨੂੰ ਟਿਕਾਉਣਾ ਅਸੰਭਵ ਹੈ। ਜੇ ਮਨ ਦੇ ਸੁਭਾਅ ਨੂੰ ਕਾਬੂ ਵਿੱਚ ਨਹੀਂ ਲਿਆਂਦਾ, ਜਾਣਿਆ ਨਹੀਂ, ਸਮਝਿਆ ਨਹੀਂ ਤੇ ਕਠਨ ਹੋ ਜਾਏਗੀ ਬਾਤ। ਇਸ ਕਰਕੇ ਬਾਰ-ਬਾਰ ਗੁਰਬਾਣੀ ਨੇ ਮਨ ਨੂੰ ਸੰਬੋਧਨ ਕੀਤਾ। ਖੈਰ, ਜੋ ਮੈਂ ਬੇਨਤੀ ਕਰ ਰਿਹਾ ਵੀ ਸ਼ੁਕਰ ਦਾ ਅਰਥ ਹੈ ਅਕਾਲ ਪੁਰਖ ਵਾਹਿਗੁਰੂ ਵੱਲ ਧਿਆਨ ਕਰਨਾ, ਉਹਦੇ ਗੁਣਾਂ ਵਾਲੇ ਪਾਸੇ ਤੁਰਨਾ। ਉਸ ਹਰ ਜੀਵਨ ਦੀ ਵਸਤੂ ਜਿਹੜੀ ਹੈ ਉਹ ਅਕਾਲ ਪੁਰਖ ਵਾਹਿਗੁਰੂ ਦੀ ਦਿੱਤੀ ਹੋਈ ਦਾਤ ਸਮਝਣਾ। ਜਦੋਂ ਇਸ ਨੂੰ ਵਾਹਿਗੁਰੂ ਦੀ ਦਾਤ ਸਮਝਿਆ ਗਿਆ ਤਾਂ ਵਾਹਿਗੁਰੂ ਦੀ ਦਾਤ ਸਮਝਣ ਦਾ ਭਾਵ ਕੀ ਨਿਕਲਿਆ ਵੀ ਇਹ ਅਕਾਲ ਪੁਰਖ ਵਾਹਿਗੁਰੂ ਇਹ ਸਭ ਤੇਰਾ ਹੈ, ਤੇਰਾ ਸ਼ੁਕਰ ਹੈ, ਤੇਰੀ ਮਿਹਰ ਹੈ ਵੀ ਤੂੰ ਇਹ ਮੈਨੂੰ ਵਰਤਣ ਵਾਸਤੇ ਦਿੱਤਾ। ਜਿੰਨਾ ਵੀ ਦਿੱਤਾ ਵਾਹ ਵਾਹ, ਜਿੰਨੀ ਵੀ ਵਸਤੂ ਪ੍ਰਾਪਤ ਹੋਈ ਉਨੀ ਵਾਹ ਵਾਹ। ਫਿਰ ਜਦੋਂ ਵਸਤੂ ਸਾਡੇ ਹੱਥੋਂ ਜਾਂਦੀ ਏ ਤੇ ਸਾਡੇ ਮਨ ਨੂੰ ਕੋਈ ਗਿਲਾ ਨਹੀਂ ਹੁੰਦਾ, ਸਗੋਂ ਅਸੀਂ ਸ਼ੁਕਰ ਨਾਲ ਭਰਦੇ ਹਾਂ ਵੀ ਜਿਸ ਕੀ ਬਸਤ ਤੇ ਸਿਆਗੈ ਰੱਖੈ, ਪ੍ਰਭ ਕੀ ਆਗਿਆ ਮਾਨੈ ਮਾਥੈ, ਉਸ ਤੇ ਚੌਗਨ ਕਰੈ ਨਿਹਾਲ, ਨਾਨਕ ਸਾਹਿਬ ਸਦਾ ਦਇਆਲ। ਗੱਲ ਭਾਵੇਂ ਕਹਿਣ ਵਿੱਚ ਬੜੀ ਸੌਖੀ ਏ, ਜੀਵਨ ਵਿੱਚ ਹੰਢਾਉਣ ਵਾਸਤੇ ਇੱਕ ਲੈਵਲ ਹੈ ਇਹ ਜੀਵਨ ਦਾ, ਪਰ ਫਿਰ ਵੀ ਕਿਉਂਕਿ ਅਸੀਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੁਬਾਰਕ ਬਾਣੀ ਨੂੰ ਜਾਣਨ ਦਾ ਯਤਨ ਕਰਦੇ ਹਾਂ ਤਾਂ ਐਸੀਆਂ ਉਦਾਹਰਨਾਂ ਸਾਨੂੰ ਜਿਹੜੀਆਂ ਨੇ ਸਮਾਜ ਦੀਆਂ, ਮਨੁੱਖਤਾ ਦੀਆਂ ਸਾਡੇ ਅੱਖਾਂ ਸਾਹਮਣੇ ਆਉਂਦੀਆਂ ਨੇ। ਇਹ ਇਸ ਕਰਕੇ ਇਹ ਉਦਾਹਰਣ ਕਿ ਕੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੁਬਾਰਕ ਬਾਣੀ ਜੋ ਕਹਿੰਦੀ ਏ, ਮਨੁੱਖ ਜੇਕਰ ਉਹਨੂੰ ਆਪਣੇ ਜੀਵਨ ਵਿੱਚ ਮੰਨ ਲਵੇ ਤਾਂ ਕੀ ਮਨੁੱਖ ਦੇ ਜੀਵਨ ਦੇ ਅੰਦਰ ਐਸਾ ਲੈਵਲ ਪੈਦਾ ਹੋ ਸਕਦਾ ਹੈ ਜੀਵਨ ਦਾ, ਇਹ ਅਵਸਥਾ ਬਣ ਸਕਦੀ ਹੈ, ਇਹ ਸੁਭਾਅ ਮਨੁੱਖ ਦੇ ਅੰਦਰ ਆ ਸਕਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੁਬਾਰਕ ਬਾਣੀ ਦੇ ਸ਼ਬਦਾਰਥ ਸ਼ਬਦੇ ਨੇ। ਸ਼ਬਦਾਰਥ ਦਾ ਅਰਥ ਹੈ ਕਠਿਨ ਸ਼ਬਦਾਂ ਦੇ ਅਰਥ ਦੇ ਕੇ। 4 ਭਾਗਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਬਦਾਰਥ ਛਾਪਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੇ। ਹੋਰ ਸੰਸਥਾਵਾਂ ਵੀ ਛਾਪਦੀਆਂ ਨੇ, ਦਿੱਲੀ ਕਮੇਟੀ ਵੀ ਛਾਪਦੀ ਹੈ, ਹੋਰ ਵੀ। ਉਹ 4 ਵਿਦਵਾਨਾਂ ਦੀ ਜਿਹੜੀ ਕਮੇਟੀ ਸੀ ਜਿਸ ਨੇ ਸ਼ਬਦਾਰਥ ਸਭ ਤੋਂ ਪਹਿਲਾਂ ਉਹਦੇ ਕਠਨ ਜਿਹੜੇ ਸ਼ਬਦ ਸਨ ਉਹਨਾਂ ਦੇ ਅਰਥ ਲਿਖੇ, ਉਹਨਾਂ ਦੇ ਵਿੱਚ ਇੱਕ ਵਿਦਵਾਨ ਸਨ ਬਾਬਾ ਹਰਕ੍ਰਿਸ਼ਨ ਸਿੰਘ ਜੀ, ਬੜੇ ਗੁਰਮੁਖ ਪਿਆਰੇ ਬਾਣੀ ਨੂੰ ਪੜ੍ਹਨ ਵਾਲੇ। ਔਰ ਅੰਦਾਜ਼ਾ ਲਾਇਆ ਹੀ ਜਾ ਸਕਦਾ ਵੀ ਉਸ ਕਮੇਟੀ ਵਿੱਚ ਉਹਨਾਂ ਵਿਦਵਾਨਾਂ ਦੀ ਮੰਡਲੀ ਦੇ ਵਿੱਚ ਸਨ ਜਿਨ੍ਹਾਂ ਵਿਦਵਾਨਾਂ ਨੇ ਸ਼ਬਦਾਰਥ ਤਿਆਰ ਕੀਤਾ, ਵੀ ਕਠਨ ਸ਼ਬਦਾਂ ਦੇ ਚਿੰਨ੍ਹ ਲਾਏ ਨੇ, ਵਿਸਰਾਮ ਲਾਏ ਨੇ, ਨਾਲ ਸੇਧਾਂ ਦਿੱਤੀਆਂ ਨੇ ਵੀ ਇਸ ਲਫ਼ਜ਼ ਦਾ ਕੀ ਮਤਲਬ ਬਣਦਾ ਹੈ। ਉਹ 4 ਭਾਗਾਂ ਵਿੱਚ ਸ਼ਬਦ ਹੈ। ਇਹ ਗੱਲ ਡਾਕਟਰ ਜਸਵੰਤ ਸਿੰਘ ਨੇਕੀ ਨੇ ਲਿਖੀ ਹੈ।
ਉਹ ਲਿਖਦੇ ਨੇ ਵੀ ਸਾਨੂੰ ਪਤਾ ਲੱਗਿਆ ਵੀ ਬਾਬਾ ਹਰਕਿਸ਼ਨ ਸਿੰਘ ਜੀ ਦਾ ਨੌਜਵਾਨ ਬੱਚਾ ਜਿਹੜਾ ਹੈ ਉਹ ਚੜ੍ਹਾਈ ਕਰ ਗਿਆ, ਤੇ ਜਿਵੇਂ ਕਿ ਸਾਡੇ ਸਮਾਜ ਦਾ ਇਹ ਰੁਝਾਨ, ਅਸੀਂ ਦੁੱਖ ਵੰਡਾਉਣ ਵਾਸਤੇ ਇਸ ਸਮੇਂ ਵਿੱਚ ਉਹਨਾਂ ਦੇ ਘਰ ਗਏ। ਅਸੀਂ ਕਿਸੇ ਨੂੰ ਪੁੱਛਿਆ ਵੀ ਅਸੀਂ ਫਲਾਣੇ ਦੇ ਘਰ ਜਾਣਾ ਹੈ, ਉੱਥੇ ਜਾ ਕੇ ਉਹਨੇ ਸਾਨੂੰ ਦੱਸਿਆ ਵੀ ਆਹ ਘਰ ਹੈ ਉਹਨਾਂ ਦਾ। ਅਸੀਂ ਘਰ ਦੇ ਸਾਹਮਣੇ ਗਏ ਤੇ ਘਰ ਦੇ ਵਿੱਚੋਂ ਹੱਸਣ ਦੀ ਆਵਾਜ਼ ਆਈ। ਕਹਿੰਦੇ ਅਸੀਂ ਬਾਹਰ ਰੁਕ ਗਏ। ਸਾਡੇ ਮਨ ਨੂੰ ਬੜੀ ਬੇਚੈਨੀ ਜੀ ਹੋਈ ਵੀ ਅਸੀਂ ਕਿਤੇ ਗਲਤ ਘਰ ਤੇ ਨਹੀਂ ਆ ਗਏ, ਕਿਉਂਕਿ ਜਿੱਧਰ ਇਹੋ ਜਿਹੀ ਘਟਨਾ ਘਟੀ ਹੋਵੇ ਉੱਧਰ ਹੱਸਣ ਦਾ ਕੀ ਕਾਰਨ ਹੋ ਸਕਦਾ ਹੈ। ਕਹਿੰਦੇ ਜਦੋਂ ਅਸੀਂ ਫੇਰ ਪੁੱਛਿਆ, ਪਤਾ ਲੱਗਿਆ ਨਹੀਂ ਇਹੋ ਹੀ ਘਰ ਹੈ। ਅਸੀਂ ਘਰ ਚਲੇ ਗਏ, ਬੈਠੇ, ਗੱਲਬਾਤ ਹੋਈ। ਕਹਿੰਦੇ ਨੇ ਸਾਡੇ ਮਨ 'ਚ ਜੇ ਸਵਾਲ ਸੀ ਵੀ ਹੱਸਿਆ ਕੌਣ ਇਸ ਘਰ 'ਚ ਇਹੋ ਜਿਹੇ ਮਾਹੌਲ ਦੇ ਅੰਦਰ, ਅਸੀਂ ਪੁੱਛ ਲਿਆ। ਕਹਿਣ ਲੱਗੇ ਅਸੀਂ ਬਾਬਾ ਜੀ ਨੂੰ ਪੁੱਛ ਲਿਆ ਵੀ ਹੱਸਿਆ ਕੌਣ, ਏਡੀ ਵੱਡੀ ਘਟਨਾ ਘਟ ਗਈ ਹੈ ਘਰ ਦੇ ਅੰਦਰ, ਔਰ ਬੜਾ ਮਾਹੌਲ ਜਿਹੜਾ ਇਸ ਸਮੇਂ ਦੇ ਵਿੱਚ ਮਾਤਮ ਵਾਲਾ ਹੁੰਦਾ ਹੈ। ਪਰ ਕਹਿੰਦੇ ਨੇ ਉਹ ਬੜੇ ਸ਼ਾਂਤ ਚਿੱਤ। ਕਹਿਣ ਲੱਗੇ ਉਹ ਮੈਂ ਹੀ ਤੇ ਸਾਂ, ਹੱਸਣ ਵਾਲਾ ਮੈਂ ਹੀ ਸਾਂ। ਤੇ ਹਾਸਾ ਮੈਨੂੰ ਇਸ ਗੱਲ ਤੋਂ ਆਇਆ ਹੈ ਵੀ ਇੱਕ ਦਾਤ ਅਕਾਲ ਪੁਰਖ ਨੇ ਜੋ ਦਿੱਤੀ ਉਹ ਸਾਡੇ ਕੋਲੋਂ ਚਲੀ ਗਈ, ਮਾਲਕ ਨੇ ਆਪਣੀ ਵਸਤੂ ਮੋੜ ਲਈ। ਭਾਵ ਹੈ ਵੀ ਪਹਿਲੋਂ ਇਹ ਦਾਤ ਸਾਨੂੰ ਪ੍ਰਾਪਤ ਹੋਈ, ਅੱਜ ਸਾਡੇ ਕੋਲ ਨਹੀਂ ਹੈ। ਅੱਜ ਨਹੀਂ ਹੈ, ਅਸੀਂ ਇਸ ਗੱਲ ਦਾ ਗਮ ਕਰਦੇ ਹਾਂ, ਦੁੱਖ ਕਰਦੇ ਹਾਂ, ਮਾਤਮ ਕਰਦੇ ਹਾਂ, ਤਕਲੀਫ ਪਹੁੰਚੀ ਹੈ, ਮਨ ਨੂੰ ਠੇਸ ਪਹੁੰਚੀ, ਸੱਟ ਵੱਜੀ ਹੈ। ਪਰ ਕਮਾਲ ਦੀ ਗੱਲ ਹੈ, ਅੱਜ ਅਸੀਂ ਇਹ ਗੱਲ ਕਹਿੰਦੇ ਰੱਬ ਨੇ ਬੜਾ ਮਾੜਾ ਕੀਤਾ ਹੈ, ਇਵੇਂ ਹੋ ਗਿਆ, ਉਵੇਂ ਹੋ ਗਿਆ। ਕਿੰਨੀਆਂ ਗੱਲਾਂ ਹੁੰਦੀਆਂ ਨੇ। ਕਹਿੰਦੇ ਮੇਰੇ ਮਨ 'ਚ ਖਿਆਲ ਆਇਆ, ਮਨਾ ਕਮਾਲ ਹੈ ਤੇਰਾ ਸੁਭਾਅ, ਇੰਨੇ ਸਾਲ ਉਸਨੇ ਇੰਨੀ ਕੀਮਤੀ ਦਾਤ ਤੈਨੂੰ ਦੇਈ ਰੱਖੀ, ਉਹਦਾ ਤੂੰ ਚੇਤਾ ਹੀ ਨਹੀਂ ਕਰਦਾ, ਉਹਦਾ ਉਪਕਾਰ ਹੀ ਨਹੀਂ ਜਾਣਦਾ ਵੀ ਇੰਨਾ ਸਮਾਂ ਉਹਨੇ ਤੈਨੂੰ ਇਹ ਦਾਤ ਵਰਤਣ ਨੂੰ ਦਿੱਤੀ, ਤੈਨੂੰ ਇੱਕ ਬਾਪ ਦਾ ਪਿਆਰ ਦਿੱਤਾ, ਪੁੱਤਰ ਦਾ ਪਿਆਰ ਦਿੱਤਾ, ਇਹ ਦਾਤ ਵੀ ਤੂੰ ਉਹਨੂੰ ਦਿੱਤੀ ਹੈ ਨਾ, ਉਹਦੇ ਪ੍ਰਤੀ ਤੂੰ ਕਿਰਤੱਗਿਆ ਨਹੀਂ, ਰਿਣੀ ਨਹੀਂ ਉਹਦਾ ਵੀ ਵਾਹਿਗੁਰੂ ਤੂੰ ਇਹ ਦਾਤ ਮੈਨੂੰ ਬਖਸ਼ਿਸ਼ ਕੀਤੀ ਹੈ। ਅੱਜ ਨਹੀਂ ਹੈ ਤੇ ਉਹਦਾ ਉਲਾਂਭਾ, ਉਹਦਾ ਸ਼ੋਕ ਮਨ ਦੇ ਅੰਦਰ ਹੈ। ਇਹ ਤੇ ਸੁਭਾਵਕ ਹੈ ਵੀ ਜਦੋਂ ਮਨੁੱਖ ਦੇ ਨਾਲ ਕਿਸੇ ਚੀਜ਼ ਦਾ ਲਗਾਵ ਬਣ ਜਾਏ, ਉਹ ਸਾਡੇ ਕੋਲੋਂ ਦੂਰ ਚਲੀ ਜਾਏ ਤੇ ਮਨ ਨੂੰ ਤਕਲੀਫ ਪਹੁੰਚਦੀ ਹੈ। ਇਹ ਨੈਚੁਰਲ ਹੈ, ਕੁਦਰਤੀ ਹੈ, ਮਨੁੱਖ ਦੇ ਸੁਭਾਅ ਦੇ ਵਿੱਚ ਹੈ ਇਹ ਗੱਲ। ਪਰ ਸਵਾਲ ਹੈ ਵੀ ਦੁੱਖ ਤੇ ਹੈ, ਤਕਲੀਫ ਤੇ ਹੈ, ਪਰ ਜਰਨ ਦਾ ਕਿੱਡਾ ਵੱਡਾ ਮਾਦਾ ਵੀ ਤੇ ਅੰਦਰ ਪੈਦਾ ਕਰ ਦਿੱਤਾ ਕੁਦਰਤ ਨੇ ਵੀ ਬੰਦਿਆ ਤੂੰ ਅਗਲੀ ਜ਼ਿੰਦਗੀ ਤਾਂ ਜੀ ਸਕਦਾ ਜੇ ਤੂੰ ਇਹਨੂੰ ਜਰ ਲਵੇਂਗਾ। ਤੇ ਜਰਨ ਦੇ ਵਿੱਚ ਇੱਕ ਗੱਲ ਇਹ ਵੀ ਆਉਂਦੀ ਹੈ ਵੀ ਇਹ ਕੁਦਰਤ ਦਾ ਹੀ ਇੱਕ ਖੇਡ ਹੈ, ਕੁਦਰਤ ਦਾ ਇੱਕ ਪਸਾਰਾ ਹੈ। ਇਹਨੂੰ ਮਨੁੱਖ ਨੇ ਜਾਣ ਲਿਆ, ਇਹਨੂੰ ਸਮਝ ਲਿਆ। ਸਮਝਣ ਦੇ ਵਿੱਚ ਇਹ ਵੀ ਗੱਲ ਆ ਗਈ ਜਰਨ ਦੇ ਅੰਦਰ ਵੀ ਹੇ ਅਕਾਲ ਪੁਰਖ ਵਾਹਿਗੁਰੂ ਤੇਰਾ ਸ਼ੁਕਰ ਹੈ ਤੂੰ ਇੰਨਾ ਸਮਾਂ ਇਹ ਦਾਤ ਮੇਰੀ ਝੋਲੀ ਪਾਈ ਰੱਖੀ। ਹੁਣ ਇਹਨੂੰ ਇੱਕ ਲੈਵਲ ਮੰਨਿਆ ਜਾਂਦਾ ਜੀਵਨ ਦਾ। ਜ਼ਿੰਦਗੀ ਤੇ ਲੰਘ ਹੀ ਜਾਏਗੀ, ਕਿਸੇ ਦੀ ਰੋ ਕੇ ਲੰਘ ਜਾਏਗੀ, ਕਿਸੇ ਦੀ ਹੱਸ ਕੇ ਲੰਘ ਜਾਏ, ਕਿਸੇ ਦੀ ਰੱਬ ਨੂੰ ਗਾਲਾਂ ਕੱਢਦਿਆਂ ਲੰਘ ਜਾਏਗੀ, ਕਿਸੇ ਦੀ ਸਿਫਤ ਕਰਦਿਆਂ ਲੰਘ ਜਾਏਗੀ। ਪਰ ਸਵਾਲ ਕੇਵਲ ਇੰਨਾ ਹੈ ਕਿ ਜਿਹੜਾ ਜੀਵਨ ਇਸ ਸਮੇਂ ਵੀ ਉਹਦੇ ਸ਼ੁਕਰ ਵਿੱਚ ਜੀਂਦਾ ਤੇ ਆਖਦਾ ਹੇ ਅਕਾਲ ਪੁਰਖ ਵਾਹਿਗੁਰੂ ਤੇਰਾ ਸ਼ੁਕਰ ਏ ਤੂੰ ਇਹ ਦਾਤ ਮੈਨੂੰ ਬਖਸ਼ੀ, ਇੰਨਾ ਸਮਾਂ ਮੈਂ ਤੇਰੀ ਦਿੱਤੀ ਦਾਤ ਨੂੰ ਹੰਢਾਇਆ, ਇਹ ਤੂੰ ਬਰਕਤ ਮੇਰੀ ਝੋਲੀ ਵਿੱਚ ਪਾਈ ਰੱਖੀ। ਸਵਾਲ ਹੈ ਉਸ ਜੀਵਨ ਦਾ ਵੀ ਉਹ ਜੀਵਨ ਕਿੰਨਾ ਸੰਤੁਸ਼ਟ ਜੀਵਨ ਹੈ, ਕਿੰਨਾ ਸੈਟਿਸਫਾਈ ਜੀਵਨ ਹੈ, ਕਿੰਨਾ ਰਜਿਆ ਹੋਇਆ ਜੀਵਨ ਹੈ, ਤ੍ਰਿਪਤ ਜੀਵਨ ਹੈ ਉਹ। ਵੈਸੇ ਤੇ ਮਨੁੱਖ ਦੇ ਅੰਦਰ ਦੀ ਭੁੱਖ ਕਦੇ ਮਿਟਦੀ ਨਹੀਂ, ਕਦੇ ਨਹੀਂ ਮਿਟਦੀ। ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜੇ ਜੀਵਨ ਦੀ ਗੱਲ ਕਰ ਰਹੇ ਨੇ ਵੀ ਇਹ ਹੈ ਸ਼ੁਕਰ ਅਕਾਲ ਪੁਰਖ ਵਾਹਿਗੁਰੂ ਦੀ ਦਿੱਤੀ ਦਾਤ ਦਾ। ਜੋ ਜਿੰਨਾ ਕੁਝ ਵੀ ਸਾਡੇ ਕੋਲ ਹੈ, ਜਦੋਂ ਅਸੀਂ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰ ਕਰਦੇ ਹਾਂ, ਵਾਹਿਗੁਰੂ ਤੂੰ ਸਾਨੂੰ ਆਹ ਦਾਤ ਦਿੱਤੀ ਆ, ਸਰੀਰ ਦਿੱਤਾ, ਇਹ ਪਦਾਰਥ ਦਿੱਤੇ, ਵਰਤਨ ਵਲੇਵਾਂ ਦਿੱਤਾ, ਇਹ ਸੰਸਾਰ ਦੀਆਂ ਵਸਤੂਆਂ ਦਿੱਤੀਆਂ, ਜਦੋਂ ਅਸੀਂ ਇਸ ਸ਼ੁਕਰ ਵਿੱਚ ਜੀਨੇ ਆ ਤੇ ਸ਼ੁਕਰ 'ਚ ਜੀਣ ਦਾ ਅਰਥ ਹੀ ਇਹ ਹੈ ਵੀ ਅਸੀਂ ਪਰਾਈ ਵਸਤੂ ਵੱਲ ਝਾਕਣਾ ਛੱਡ ਦਈਏ, ਜੋ ਹੈ ਉਹਦੇ 'ਚ ਰਾਜ਼ੀ ਰਹਿਣਾ ਸਿੱਖ ਲਈਏ। ਲੁੱਟ ਘਟ ਜਾਏਗੀ ਸਮਾਜ 'ਚੋਂ, ਬੇਈਮਾਨੀ ਦਾ ਸੁਭਾਅ ਮੁੱਕ ਜਾਏਗਾ ਅੰਦਰੋਂ। ਪਰਾਇਆ ਘਰ ਤੱਕਣ ਵਾਲੀ, ਪਰਾਇਆ ਘਰ ਲੁੱਟਣ ਵਾਲੀ ਭਾਵਨਾ ਜਿਹੜੀ ਮਨ ਦੇ ਅੰਦਰ ਇਹ ਜ਼ਹਿਰ ਫੈਲਦਾ, ਇਹ ਨਹੀਂ ਫੈਲੇਗਾ। ਸਵਾਲ ਇਹ ਮਨੁੱਖ ਦੇ ਅੰਦਰ ਮੰਦਾ ਸੁਭਾਅ ਜਿਹੜਾ ਹੈ ਉਹਨੂੰ ਕਿਵੇਂ ਕੱਢਿਆ ਜਾਏ ਤੇ ਇਸ ਮੰਦੇ ਸੁਭਾਅ ਨੂੰ ਪੈਦਾ ਹੋਣ ਤੋਂ ਕਿਵੇਂ ਰੋਕਿਆ ਜਾਏ, ਇਸ ਵਿਸ਼ੇ ਉੱਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਗੱਲ ਕਰ ਰਹੇ ਨੇ।
ਕਿ ਸਾਡੇ ਅੰਦਰ ਜਿਹੜੀ ਲੁੱਟ ਦੀ, ਖਸੁੱਟ ਦੀ, ਬੇਈਮਾਨੀ ਦੀ, ਪਰ ਧਨ ਦੀ, ਪਰ ਘਰ ਨੂੰ ਤੱਕਣ ਦੀ ਭਾਵਨਾ ਪੈਦਾ ਹੁੰਦੀ ਏ, ਇਹ ਕਿਵੇਂ ਰੁਕ ਸਕਦੀ ਏ? ਵੀ ਜੋ ਸਾਡੇ ਕੋਲ ਹੈ ਬੰਦਾ ਉਹਦੇ 'ਚ ਸੰਤੁਸ਼ਟੀ ਪੈਦਾ ਕਰੇ ਆਪਣੇ ਜੀਵਨ ਅੰਦਰ। ਇਹਨੂੰ ਸ਼ਬਦ ਵਰਤੇ, ਬਿਨਾਂ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ। ਕਿਵੇਂ ਰੱਜ ਸਕਦਾ ਬੰਦਾ? ਬਹੁਤੇ ਪਦਾਰਥਾਂ ਨਾਲ ਤੇ ਨਹੀਂ, ਮਿਲ ਜਾਣਗੇ। ਔਰ ਗੁਰੂ ਨੇ ਇਹ ਨਹੀਂ ਕਿਹਾ ਵੀ ਤੇਰੇ ਕੋਲ ਹੋਣਾ ਕੱਖ ਨਹੀਂ ਚਾਹੀਦਾ। ਗੁਰੂ ਤੇ ਕਹਿੰਦੇ ਬਹੁਤ ਕੁਝ ਹੋਵੇ, ਜਿੰਨਾ ਤੂੰ ਆਪਣੀ ਸੁਕ੍ਰਿਤ ਚੰਗੀ ਮਿਹਨਤ ਮਸ਼ੱਕਤ ਨਾਲ ਕਮਾ ਸਕਦਾ ਹੈ, ਆਪਣੇ ਹੁਨਰ ਨਾਲ, ਆਪਣੀ ਕਲਾ ਨਾਲ, ਠੀਕ ਹੈ। ਸਹੂਲਤਾਂ ਵੀ ਬਹੁਤ ਹੋਣ, ਸੁੱਖ ਵੀ ਹੋਵੇ, ਹਰ ਚੀਜ਼ ਹੋਵੇ, ਪਦਾਰਥ ਵੀ ਬਹੁਤ ਹੋਵੇ, ਪਰ ਸਵਾਲ ਇਹ ਹੈ ਕਿ ਜਿਨ੍ਹਾਂ ਕੋਲ ਬਹੁਤੇ ਨੇ ਉਹਨਾਂ ਦੇ ਅੰਦਰ ਦੀ ਹਵਸ ਮਰ ਗਈ ਹੈ। ਸਵਾਲ ਇੱਥੇ ਖੜਾ ਹੈ। ਪਰ ਤੱਕਿਆ ਗਿਆ ਸਮਾਜ ਅੰਦਰ, ਜਿੰਨੇ ਕੁ ਆ ਜਾਂਦੇ ਨੇ ਮਨੁੱਖ ਦੀ ਗਤੀ ਹੋਰ ਤੇਜ਼ ਹੋ ਜਾਂਦੀ ਹੈ। ਤਾਂ ਰੱਜੇ ਤੇ ਉਹ ਵੀ ਨਹੀਂ, ਉਹ ਵੀ ਲੁੱਟ ਰਹੇ ਨੇ, ਗਰੀਬਾਂ ਤੱਕ ਨੂੰ ਲੁੱਟ ਰਹੇ। ਜਿਨ੍ਹਾਂ ਦੇ ਘਰ ਰੋਟੀ ਮਸਾਂ ਪੱਕਦੀ ਹੈ ਨਾ, ਰੱਜਿਆ ਪੁੱਜਿਆ ਬੰਦਾ ਉਹਨੂੰ ਵੀ ਲੁੱਟਣ ਤੋਂ ਗੁਰੇਜ਼ ਨਹੀਂ ਕਰਦਾ। ਇੰਨੇ ਵੀ ਮਨ ਅੰਦਰ ਨਹੀਂ ਗੱਲ ਸੋਚਦਾ ਵੀ ਇਹ ਤਾਂ ਮਸਾਂ ਹੀ ਖਾਂਦਾ ਹੈ, ਪਰ ਨਹੀਂ, ਆਦਤ ਬਣ ਗਈ ਨਾ, ਸੁਭਾਅ ਬਣ ਗਿਆ। ਉਹ ਸੁਭਾਅ ਜਿਹੜਾ ਪੱਕ ਚੁੱਕਿਆ, ਉਹ ਸੁਭਾਅ ਹੁਣ ਉਹਨਾਂ ਚਿਰ ਸ਼ਾਂਤ ਨਹੀਂ ਹੁੰਦਾ ਜਿੰਨਾ ਚਿਰ ਉਹ ਫੇਰ ਕੋਈ ਨਾ ਕੋਈ ਇਸ ਤਰ੍ਹਾਂ ਦਾ ਕੰਮ ਕਰ ਨਾ ਲਵੇ। ਤੋ ਰੱਜੇ ਹੋਏ ਲੋਕ ਲੁੱਟ ਰਹੇ ਨੇ ਸੰਸਾਰ ਨੂੰ। ਲੋਕ ਆਖਦੇ ਨੇ ਘਾਟ ਏ ਕੋਈ, ਨਾਲ ਲੈ ਕੇ ਜਾਣਾ, ਇਹਨਾਂ ਨੂੰ ਮੌਤ ਭੁੱਲ ਗਈ ਏ। ਇਹ ਸਾਰੇ ਸ਼ਬਦ ਅਸੀਂ ਵਰਤਦੇ ਹਾਂ। ਵੇਖੋ, ਬੰਦਾ ਰੱਜਿਆ ਪੁੱਜਿਆ, ਇਹਨੂੰ ਮੌਤ ਭੁੱਲੀਏ, ਇਹ ਬੰਦੇ ਨੇ ਹਿੱਕ ਤੇ ਰੱਖ ਕੇ ਖੜਨਾ ਸਾਰਾ ਕੁਝ, ਇਸ ਬੰਦੇ ਨੂੰ ਰਜੇਵਾਂ ਹੀ ਨਹੀਂ ਆਉਂਦਾ। ਇਹ ਸ਼ਬਦ ਤੇ ਅਸੀਂ ਵਰਤਦੇ ਹਾਂ ਨਾ, ਉਹਨੂੰ ਪੁੱਛ ਕੇ ਵੇਖੋ, ਉਹਨੂੰ ਵਾਕਿਆ ਹੀ ਰਜੇਵਾਂ ਨਹੀਂ ਆਉਂਦਾ। ਔਰ ਮੌਤ ਤੇ ਉਹਨੂੰ ਭੁੱਲੀ ਹੋਈ ਹੈ, ਕਿਉਂਕਿ ਉਹ ਸੋਚਦਾ, ਉਹਦੇ ਜੀਵਨ ਦਾ ਸਟਾਈਲ ਹੀ ਇਹ ਬਣ ਚੁੱਕਾ ਹੈ, ਤਰੀਕਾ ਹੀ ਇਹ ਬਣ ਚੁੱਕਾ ਹੈ। ਭਾਵੇਂ ਉਹ ਵੀ ਗੱਲ ਕਹੇਗਾ ਆਪਣੀ ਜ਼ੁਬਾਨ ਤੋਂ ਵੀ ਇਹ ਕਿਹੜਾ ਨਾਲ ਜਾਣਾ ਹੈ, ਪਰ ਨਾਲ ਨਹੀਂ ਜਾਣਾ, ਫਿਰ ਵੀ ਲੁੱਟ ਰਿਹਾ, ਫਿਰ ਵੀ ਧੱਕਾ ਕਰਨ ਤੋਂ ਗੁਰੇਜ਼ ਨਹੀਂ। ਬਹੁਤ ਕੁਝ ਪਤਾ ਹੀ ਕੱਖ ਨਹੀਂ, ਫਿਰ ਵੀ ਹਵਸ ਨਹੀਂ ਮਿਟਦੀ, ਅੰਦਰ ਦੀ ਅੱਗ ਨਹੀਂ ਬੁਝਦੀ, ਅੰਦਰ ਦਾ ਖੂਹ ਨਹੀਂ ਭਰਦਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਸੇ ਕਰਕੇ ਆਖਦੇ ਨੇ, ਕਿਉਂ ਭਲਾ? ਕਿਉਂਕਿ ਸੰਤੁਸ਼ਟੀ ਨਹੀਂ ਹੈ ਬੰਦਾ, ਇਹਨੂੰ ਰਜੇਵਾ ਹੀ ਕੋਈ ਨਹੀਂ। ਕਿਉਂਕਿ ਪਦਾਰਥਵਾਦੀ ਸੋਚ ਹੋ ਗਈ ਹੈ, ਬਸ ਪਦਾਰਥ ਪਦਾਰਥ ਪਦਾਰਥ, ਕੂਕਦਾ ਰਹਿੰਦਾ 24 ਘੰਟੇ, ਹਰ ਵੇਲੇ, ਹਰ ਘੜੀ। ਇਹਦੇ ਸੁਭਾਅ 'ਚ ਇਹ ਗੱਲ ਰਾਚਮੇ 'ਚ ਗਈ ਏ। ਹੁਣ ਇਹਨੂੰ ਸਕੂਨ ਨਹੀਂ ਆਉਂਦਾ, ਚੈਨ ਨਹੀਂ ਆਉਂਦਾ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਇਹ ਤਾਂ ਕੋਈ ਜੀਵਨ ਨਾ ਹੋਇਆ, ਇਹ ਤਾਂ ਕੋਈ ਜ਼ਿੰਦਗੀ ਨਹੀਂ ਹੈ। ਇਹਨੂੰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਬੰਦਾ ਮਾਇਆ ਦਾ ਕੀੜਾ ਹੈ, ਪਦਾਰਥਾਂ ਦਾ ਕੀੜਾ ਹੈ। ਪਰ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ, ਹੇ ਮਨੁੱਖ, ਇੱਕ ਭਾਵਨਾ ਆਪਣੇ ਜੀਵਨ ਵਿੱਚ ਲੈ ਕੇ ਆ। ਜੇ ਤੂੰ ਇਸ ਮਾੜੇ ਸੁਭਾਅ ਤੋਂ ਮੁਕਤੀ ਚਾਹੁੰਦਾ ਹੈ, ਛੁਟਕਾਰਾ ਚਾਹੁੰਦਾ ਹੈ, ਜੇ ਇਹੋ ਜਿਹੇ ਮੰਦੇ ਵਾਸਨਾ ਤੇ ਭਾਵਨਾ ਤੋਂ ਉੱਪਰ ਉੱਠ ਕੇ ਜ਼ਿੰਦਗੀ ਦਾ ਰਸ ਲੈਣਾ ਚਾਹੁੰਦਾ ਹੈ, ਸੰਤੁਸ਼ਟ ਹੋਣਾ ਚਾਹੁੰਦਾ ਹੈ, ਰੱਜਣਾ ਚਾਹੁੰਦਾ ਹੈ ਜੀਵਨ ਵਿੱਚ, ਤੇ ਫਿਰ ਉਸ ਰੱਬ ਦੇ ਗੁਣਾਂ ਨੂੰ ਯਾਦ ਕਰ। ਤੇ ਸ਼ਬਦ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਵੀ ਵਰਤਦੇ ਨੇ, ਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮਹਿ ਜਿਨੈ ਉਬਾਰਿਆ, ਬਾਰ ਵਿਵਸਥਾ ਤੁਝੈ ਪਿਆਰੈ ਦੂਧ, ਭਰ ਜੋਬਨ ਭੋਜਨ ਸੁਖ ਸੂਦ, ਬਿਰਧ ਭਇਆ ਉਪਰ ਸਾਕ ਸੈਨ, ਮੁਖ ਅਪਿਆਓ ਬੈਠ ਕਉ ਦੈਨ। ਪਰ ਅੱਗੇ ਜਾ ਕੇ ਕਹਿੰਦੇ ਨੇ, ਇਹ ਨਿਰਗੁਣ ਗੁਣ ਕਛੂ ਨਾ ਬੂਝੈ। ਪਰਉਪਕਾਰ, ਗੁਣ ਦਾ ਅਰਥ ਇੱਥੇ ਪਰਉਪਕਾਰ ਨਹੀਂ ਸਮਝਦਾ, ਇਸੇ ਕਰਕੇ ਪਰਉਪਕਾਰ ਨੂੰ ਚੇਤੇ ਨਹੀਂ ਕਰਦਾ। ਇਹ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ਼ ਲਿਹੁ ਤੋ ਨਾਨਕ ਸੀਜੈ। ਇਹ ਨਿਰਗੁਣ ਯਾਰਾ ਮਨੁੱਖ ਤੇਰੇ ਇੱਕ ਵੀ ਉਪਕਾਰ ਦਾ ਚੇਤਾ ਨਹੀਂ ਕਰਦਾ, ਤੇਰਾ ਇੱਕ ਵੀ ਗੁਣ ਨਹੀਂ ਵਸਾਉਂਦਾ ਮਨ ਅੰਦਰ, ਤੇਰੇ ਉਪਕਾਰਾਂ ਨੂੰ ਭੁਲਾ ਛੱਡਦਾ। ਤਾਈਓ ਤਾਂ ਆਖਿਆ ਨਾ, ਲੂਣ ਹਰਾਮੀ ਗੁਨਾਹਗਾਰ ਬੇਗਾਨਾ ਅਲਪ ਮਤ, ਜੀਓ ਪਿੰਡ ਜਿਨ ਸੁਖ ਦੀਏ, ਤਾਹੇ ਨਾ ਜਾਣਤ ਤਤ, ਲਾਹਾ ਮਾਇਆ ਕਾਰਨੇ ਢੂੰਡਨ ਦਹਿ ਦਿਸ਼ ਜਾਏ, ਦੇਵਨ ਹਾਰ ਦਾਤਾਰ ਪ੍ਰਭ, ਇੱਕ ਨਿਮਖ ਨਾ ਮਨੈ ਬਸਾਏ। ਜੋ ਦੇਣ ਵਾਲਾ ਹੈ, ਦਾਤਾਰ, ਇੱਕ ਨਿਮਖ ਮਾਤਰ ਵੀ ਉਹਦਾ ਚੇਤਾ, ਉਹਦਾ ਕੋਈ ਅਦਬ ਨਹੀਂ ਮਨ ਚ, ਉਹਦਾ ਕੋਈ ਸਤਿਕਾਰ ਨਹੀਂ ਮਨ ਚ, ਉਹਦੇ ਕੋਈ ਗੁਣ ਨਹੀਂ ਵਸਾਏ, ਉਸ ਦਾਤਾਰ ਵੱਲ ਕਦੇ ਧਿਆਨ ਨਹੀਂ ਗਿਆ, ਸੰਤੁਸ਼ਟੀ ਇਸ ਕਰਕੇ ਨਹੀਂ। ਮਹਾਰਾਜ ਕਹਿੰਦੇ ਨੇ, ਲਾਹਾ ਮਾਇਆ ਕਾਰਨੇ ਢੂੰਡਣ ਦਹਿ ਦਿਸ਼ ਜਾਏ। ਲੁੱਟ ਖਸੁੱਟ ਲਈ ਸਾਰੀ ਦੁਨੀਆ ਵੀ ਗਾਹ ਲੈਂਦਾ। ਮਹਾਰਾਜ ਜੀ ਆਖਦੇ ਨੇ, ਹੇ ਮਨੁੱਖ, ਉਸ ਰੱਬ ਦੇ ਗੁਣ ਚੇਤੇ ਕਰ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸ਼ਲੋਕ ਉਚਾਰਨ ਕੀਤਾ, ਜੀਓ ਪਾਏ ਤਨ ਸਾਜਿਆ, ਰੱਖਿਆ ਬਣਤ ਬਣਾਏ, ਅੱਖੀਂ ਦੇਖੈ ਜੀਵਾ ਬੋਲੇ,
ਕੰਨੀ ਸੁਰਤ ਸਮਾਏ, ਪੈਰੀ ਚੱਲੈ ਹੱਥੀਂ ਕਰਨਾ, ਦਿੱਤਾ ਪਹਿਨੈ ਖਾਏ, ਜਿਨ ਰਚ ਰਚਿਆ ਤਿਸੈ ਨਾ ਜਾਣੈ, ਅੰਧਾ ਅੰਧ ਕਮਾਏ। ਜਿਸਨੇ ਰਚਨਾ ਰਚੀਏ, ਜਿਸਨੇ ਵਿਧ ਬਣਾਈਏ, ਜਿਸਨੇ ਇਹ ਦਾਤਾਂ ਦਿੱਤੀਆਂ ਨੇ, ਪ੍ਰਾਣ ਦਿੱਤੇ, ਸਵਾਸ ਦਿੱਤੇ, ਕੁਦਰਤ ਦੇ ਕਰਤੇ ਨੇ, ਇਹ ਸਰੀਰ ਦੀ ਘਾੜਤ ਘੜੀ, ਨਰੋਏ ਅੰਗ ਦਿੱਤੇ, ਜੀਵਨ ਦੇ ਪਦਾਰਥ ਦਿੱਤੇ। ਸਤਿਗੁਰੂ ਆਖਦੇ ਜਿਨ ਰਚ ਰਚਿਆ ਤਿਸੈ ਨਾ ਜਾਣੈ, ਉਹਨੂੰ ਜਾਣਦਾ ਹੀ ਨਹੀਂ। ਅੰਧਾ ਅੰਧ ਕਮਾਏ, ਅਗਿਆਨੀ ਅਗਿਆਨਤਾ ਦੇ ਹੀ ਕਰਮ ਕਰੀ ਜਾ ਰਿਹਾ ਸਾਰਾ ਜੀਵਨ। ਜਾਂ ਭੱਜੈ ਤਾਂ ਠੀਕਰ ਹੋਵੈ, ਘਾੜਤ ਘੜੀ ਨਾ ਜਾਏ। ਮਹਾਰਾਜ ਕਹਿੰਦੇ ਬੰਦਿਆ ਤੂੰ ਇਹ ਸੋਚ, ਜਦੋਂ ਆ ਤਨ ਦਾ ਠੀਕਰਾ ਭੱਜਦਾ ਵਿਖਰਦਾ ਫਿਰ ਤੈਥੋਂ ਜੁੜਦਾ ਕਿਉਂ ਨਹੀਂ? ਜੇ ਤੂੰ ਇੰਨਾ ਹੀ ਦਾਨਾ ਹੈ ਤਾਂ ਇੰਨਾ ਹੀ ਅਕਲਮੰਦ ਹੈ, ਉਹਨੂੰ ਭੁਲਾ ਕੇ ਤਾਂ ਤੂੰ ਬੜਾ ਹੰਕਾਰ ਵਿੱਚ ਜੀ ਰਿਹਾ ਵੀ ਉਹ ਕੌਣ ਹੈ। ਬੰਦਾ ਪੁੱਛਦਾ ਰੱਬ ਕੌਣ ਹੈ, ਉਹਦੀ ਹੋਂਦ ਹੈ? ਇਹ ਸਵਾਲ ਹੁੰਦੇ ਨੇ ਬੰਦਿਆਂ ਨੂੰ। ਮੈਂ ਕਿਉਂ ਉਹਨੂੰ ਯਾਦ ਕਰਾਂ, ਉਹਨ ਕੀ ਕੀਤਾ ਮੇਰੇ ਲਈ? ਕਹਿੰਦੇ ਜੇ ਤੂੰ ਇੰਨਾ ਦਾਨਾ ਹੈ, ਜਦੋਂ ਸਰੀਰ ਦਾ ਠੀਕਰਾ ਭੱਜਦਾ ਹੈ ਇਹਨੂੰ ਕੋਈ ਜੋੜ ਲਿਆ ਕਰ, ਇਹਨੂੰ ਜਿਉਂਦਾ ਕਰ ਲਿਆ ਕਰ। ਜਾਂ ਭੱਜੈ ਤਾਂ ਠੀਕਰ ਹੋਵੇ, ਘਾੜਤ ਘੜੀ। ਤੈਥੋਂ ਇਹੋ ਜੀ ਘਾੜਤ ਨਹੀਂ ਘੜੀ ਜਾਣੀ, ਤੂੰ ਭਾਵੇਂ ਜਿੰਨੇ ਮਰਜ਼ੀ ਯਤਨ ਕਰ ਲਵੇਂ। ਇਸ ਕਰਕੇ ਨਾਨਕ ਗੁਰ ਬਿਨ ਨਾਹੇ ਪਤ, ਪਤ ਬਿਨ ਪਾਰ ਨਾ ਪਾਏ। ਗੁਰੂ ਦੇ ਉਪਦੇਸ਼ ਤੋਂ ਬਿਨਾਂ ਆਤਮਿਕ ਤੌਰ ਤੇ ਮਨੁੱਖ ਭਟਕਦਾ ਹੀ ਏ, ਮਾਨਸਿਕ ਤੌਰ ਤੇ ਹੀਣਾ ਔਗਣਿਆਰਾ ਹੀ ਬਣਿਆ ਰਹਿੰਦਾ। ਗੁਰੂ ਦੇ ਬਖਸ਼ੇ ਹੋਏ ਉਪਦੇਸ਼ ਦੀ ਕਮਾਈ ਤੋਂ ਬਿਨਾਂ ਆਤਮਿਕ ਮਾਨਸਿਕ ਤੌਰ ਤੇ ਅਸੀਂ ਪੱਤ ਵਾਲੇ ਨਹੀਂ ਬਣਦੇ, ਰੱਬੀ ਦਰਬਾਰ ਵਿੱਚ ਇੱਜ਼ਤ ਵਾਲੇ ਨਹੀਂ ਬਣਦੇ। ਇਹ ਤੋਂ ਬਿਨਾਂ ਸਾਡੇ ਜੀਵਨ ਦਾ ਭਲਾ ਨਹੀਂ ਹੁੰਦਾ। ਤੋ ਦਾਤਾ ਜੀ ਸ਼ਬਦ ਵਰਤਦੇ ਨੇ ਰੰਚਕ। ਰੰਚਕ ਦਾ ਅਰਥ ਥੋੜਾ ਜਿਹਾ, ਬਿਲਕੁਲ ਤਨਕ ਮਾਤਰ। ਰੰਚਕ ਰੇਤ, ਰੇਤ ਸ਼ਬਦ ਹੈ ਸੰਸਕ੍ਰਿਤ ਦਾ, ਇਸ ਦਾ ਭਾਵ ਹੈ ਵੀਰਜ। ਰੰਚਕ ਰੇਤ ਖੇਤ ਤਨ ਨਿਰਮਿਤ। ਨਿਰਮਿਤ ਦਾ ਅਰਥ ਹੁੰਦਾ ਨਿਰਮਾਣ ਕਰਨਾ, ਨਿਮਣਾ, ਜਿਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਨਿਮਿਆ ਸ਼ਬਦ ਨਾਲ ਸੰਬੋਧਨ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਨੇ। ਕਹਿੰਦੇ ਨੇ ਰੰਚਕ ਮਾਤਰ, ਪਾਣੀ ਦੀ ਬੂੰਦ ਤੋਂ ਖੇਤ ਤਨ ਨਿਰਮਤ, ਮਾਤਾ ਦੇ ਗਰਭ ਰੂਪੀ ਖੇਤ ਵਿੱਚ ਤੇਰਾ ਨਿਰਮਾਣ ਹੋਇਆ। ਰੰਚਕ ਰੇਤ ਖੇਤ ਤਨ ਨਿਰਮਿਤ, ਦੁਰਲਭ ਦੇ ਸਵਾਰ ਧਰੀ। ਬੜੀ ਕੀਮਤੀ ਇਹ ਦੇਈ ਸਵਾਰ ਕੇ ਉਸ ਵਾਹਿਗੁਰੂ ਨੇ ਦੀ ਘਾੜਤ ਘੜ ਦਿੱਤੀ, ਬਣਾ ਦਿੱਤੀ। ਹੁਣ ਅੱਗੇ ਸਤਿਗੁਰੂ ਜੀ ਸ਼ਬਦ ਵਰਤਦੇ ਨੇ ਖਾਨ ਪਾਨ ਸੋਧੇ ਸੁਖ ਪੁੰਚਤ। ਖਾਣ ਵਾਸਤੇ, ਪੀਣ ਵਾਸਤੇ। ਸੋਧੇ ਸ਼ਬਦ ਵੀ ਸੰਸਕ੍ਰਿਤ ਦਾ ਹੈ। ਸੋਧ ਦਾ ਅਰਥ ਹੁੰਦਾ ਹੈ ਮੰਦਰ, ਸੋਹਣਾ ਰਾਜ ਦਰਬਾਰ, ਸੋਹਣਾ ਘਰ, ਰਿਹਾਇਸ਼ੀ ਮਕਾਨ। ਖਾਨ ਪਾਨ ਸੋਧੇ ਸੁਖ ਪੁੰਚਤ, ਤੂੰ ਸੁਖ ਪੁੰਚਦਾ ਮਾਣਦਾ ਹੈ, ਹੰਡਾਉਂਦਾ ਹੈ, ਜੀਵਨ ਅੰਦਰ ਜਿਉਂਦਾ ਹੈ। ਮਹਾਰਾਜ ਆਖਦੇ ਨੇ ਸੰਕਟ ਕਾਟ ਵਿਪਤ ਹਰੀ। ਜਿਨੇ ਤੇਰੇ ਸੰਕਟ ਕੱਟ ਦਿੱਤੇ, ਭਾਵ ਜਿਹਨੇ ਤੇਰੇ ਜੀਵਨ ਦੀਆਂ ਲੋੜਾਂ ਜਿਹੜੀਆਂ ਸਨ ਉਹ ਇਸ ਕੁਦਰਤ ਦੇ ਵਿੱਚੋਂ ਹੀ ਪੈਦਾ ਕਰ ਦਿੱਤੀਆਂ। ਜਿੱਥੇ ਜਿੱਥੇ ਜੀਵ ਕੁਦਰਤ ਨੇ ਪੈਦਾ ਕੀਤੇ ਨੇ ਉੱਥੇ ਉੱਥੇ ਉਹਨਾਂ ਦਾ ਜੀਵਨ ਉਸੇ ਢੰਗ ਦਾ ਹੀ ਬਣਾ ਦਿੱਤਾ ਹੈ। ਉਹਨਾਂ ਦੀ ਖੁਰਾਕ, ਉਹਨਾਂ ਦੇ ਰਹਿਣ ਦਾ ਤਰੀਕਾ, ਉਹਨਾਂ ਦੇ ਵਰਤਣ ਦਾ ਤਰੀਕਾ ਕੁਦਰਤ ਨੇ ਹਰ ਇੱਕ ਨਿੱਕੇ ਜਿਹੇ ਜੀਵ ਤੋਂ ਲੈ ਕੇ, ਵੇਖੋ ਕੁਦਰਤ ਦਾ ਏਡਾ ਵੱਡਾ ਪਸਾਰਾ ਹੈ। ਹਰ ਜੀਵ ਆਪਣੇ ਸੁਭਾਅ ਮੁਤਾਬਕ ਜੀ ਰਿਹਾ, ਹਰ ਜੀਵ ਜੀ ਰਿਹਾ, ਜੀਵਨ ਚੱਲ ਰਿਹਾ ਹੈ, ਮੌਤ ਦਾ ਚੱਕਰ ਚੱਲ ਰਿਹਾ ਹੈ, ਉਹਦੇ ਜੀਵਨ ਦੇ ਵਸੀਲੇ ਚੱਲ ਰਹੇ ਨੇ। ਪਾਣੀ 'ਚ ਰਹਿਣ ਵਾਲਿਆਂ ਦੇ ਆਪਣੇ ਵਸੀਲੇ ਨੇ, ਪਹਾੜਾਂ 'ਚ ਜੀਣ ਵਾਲਿਆਂ ਦੇ ਆਪਣੇ ਵਸੀਲੇ ਨੇ, ਸਾਡੇ ਮਨੁੱਖਾਂ ਦੇ ਆਪਣੇ ਜ਼ਿੰਦਗੀ ਜਿਉਣ ਦੇ ਵਸੀਲੇ ਨੇ। ਹਰ ਇੱਕ ਜੀਵ ਜੰਤੂ ਮਨੁੱਖ ਮਾਤਰ ਤੋਂ ਲੈ ਕੇ ਸਭ ਜਿੰਨੇ ਵੀ ਹਨ, ਸਭਨਾਂ ਨੂੰ ਕੁਦਰਤ ਨੇ ਜਿਉਣ ਦੇ ਵਸੀਲੇ ਦੇ ਦਿੱਤੇ। ਕੁਦਰਤ ਵਿੱਚ ਹੀ ਸਭ ਕੁਝ ਭਰਿਆ ਪਿਆ। ਤੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਤੇਰੇ ਕਿਤਨੇ ਉਹਨੇ ਸੰਕਟ ਕੱਢ ਦਿੱਤੇ, ਕਿੰਨੀਆਂ ਵਿਪਤਾਵਾਂ ਤੇਰੀਆਂ ਹਰ ਦਿੱਤੀਆਂ, ਦੂਰ ਕਰ ਦਿੱਤੀਆਂ। ਜਿਹੜਾ ਤੈਨੂੰ ਮਾਨਸਿਕ ਤੇ ਆਤਮਿਕ ਸੰਕਟ ਤੇ ਵਿਪਤਾਵਾਂ ਤੋਂ ਬਚਾਉਣ ਵਾਲਾ ਹਰੀ ਅਕਾਲ ਪੁਰਖ ਹੈ, ਉਸ ਰੱਬ ਨੂੰ ਤੂੰ ਯਾਦ ਨਹੀਂ ਕਰਦਾ ਤੇ ਉਲਝ ਗਿਆ ਤੂੰ। ਮਾਤ ਪਿਤਾ ਭਾਈ ਸੁਤ ਬੰਧਪ। ਮਾਤਾ ਕੌਣ ਹੈ, ਪਿਤਾ ਕੌਣ ਹੈ, ਭਰਾ ਕੌਣ ਹੈ, ਪੁੱਤਰ ਕੌਣ ਹੈ, ਰਿਸ਼ਤੇਦਾਰ ਕੌਣ ਹੈ, ਬੰਧਪਦਾਰ ਤੇ ਰਿਸ਼ਤੇਦਾਰ। ਬੂਝਨ ਕੀ ਸਭ ਸੂਝ ਭਰੀ। ਦਾਤਾ ਜੀ ਆਖਦੇ ਨੇ ਮਾਤ ਪਿਤਾ ਭਾਈ ਅਰ ਬੰਧਪ, ਬੂਝਨ ਕੀ ਸਭ ਸੂਝ ਭਰੀ।
ਇਹ ਬੁੱਝਣ ਦੀ ਤੇਰੇ ਅੰਦਰ ਉਹਨੇ ਸੋਝੀ ਪੈਦਾ ਕਰ, ਤੂੰ ਸਮਝਦਾਰੀ ਜਿਹਨੂੰ ਅਸੀਂ ਕਹਿੰਦੇ ਨਾ ਸਮਝਣ ਦੀ ਬਿਰਤੀ ਉਹਨੇ ਸਾਡੇ ਅੰਦਰ ਪੈਦਾ ਕੀਤੀ ਹੈ। ਹਰ ਗੱਲ ਨੂੰ ਸਮਝ ਲੈਣਾ, ਜਾਣ ਲੈਣਾ, ਸੋਚ ਵਿਚਾਰ ਕਰ ਲੈਣੀ, ਫੈਸਲਾ ਕਰ ਲੈ। ਇਹ ਜਿਹੜੀ ਸਾਡੇ ਸਰੀਰ ਦੇ ਅੰਦਰ ਰੱਬ ਨੇ ਤਾਕਤ ਪਾਈ ਹੈ ਸੋਝੀ ਦੀ, ਇਹ ਸੋਝਣ ਵਾਲੀ ਗੱਲ, ਸਮਝਣ ਵਾਲੀ ਗੱਲ, ਇਹ ਜਿਹੜੀ ਬਿਰਤੀ ਸਾਡੇ ਅੰਦਰ ਪਾਈ ਮਹਾਰਾਜ ਕਹਿੰਦੇ ਵੇਖ ਕਿੱਡੀ ਵੱਡੀ ਦਾਤ ਤੈਨੂੰ ਦਿੱਤੀ ਹੈ। ਸੋਝੀ ਦਾ ਗੁਣ ਤੇਰੇ ਅੰਦਰ ਪੈਦਾ ਕਰ ਦਿੱਤਾ। ਹਰ ਚੀਜ਼ ਦੀ ਤੂੰ ਪਛਾਣ ਕਰਦਾ, ਹਰ ਗੱਲ ਬਾਰੇ ਤੂੰ ਸੋਚਦਾ, ਸਮਝਦਾ। ਤੇ ਜਿੰਨਾ ਵੀ ਅੱਜ ਤੱਕ ਤੂੰ ਵਿਕਾਸ ਕਰ ਲਿਆ ਨਾ ਜੰਗਲੀ ਜੀਵਨ ਤੋਂ ਲੈ ਕੇ ਹੁਣ ਤੱਕ, ਇਹ ਤੇਰੀ ਸੋਝੀ ਦਾ ਹੀ ਕਮਾਲ ਹੈ। ਇਹ ਤੇਰੀ ਸੋਝੀ ਦਾ ਕਮਾਲ ਹੈ ਜਿਹੜੀ ਕੁਦਰਤ ਨੇ ਤੇਰੇ ਅੰਦਰ ਪਾਈ ਏ। ਨਹੀਂ ਤੇ ਪਸ਼ੂ ਅੱਜ ਵੀ ਉੱਥੇ ਖੜਾ ਜਿੱਥੇ ਹਜ਼ਾਰਾਂ ਸਾਲ ਪਹਿਲਾਂ ਖੜਾ ਸੀ, ਪਰ ਤੂੰ ਉੱਥੇ ਨਹੀਂ ਰਿਹਾ। ਹਰ ਪਲ ਹਰ ਘੜੀ ਤੂੰ ਅੱਗੇ ਵਧ ਰਿਹਾ। ਜੋ ਤੈਨੂੰ ਚੰਗਾ ਲੱਗਦਾ ਉਹ ਕਮਾਲ ਤੂੰ ਕਰ ਵਿਖਾਇਆ ਕੁਦਰਤ ਦੇ ਅੰਦਰ। ਸਤਿਗੁਰੂ ਕਹਿੰਦੇ ਕਾਹਦੇ ਆਸਰੇ ਦੇ ਉੱਤੇ? ਸੋਝੀ ਦੇ ਆਸਰੇ ਦੇ ਉੱਤੇ। ਬੂਝਣ ਕੀ ਸਭ ਸੂਝ ਪਰੀ, ਕਹਿੰਦੇ ਵਰਦਮਾਨ ਹੋਵਤ, ਤੂੰ ਵੱਡਾ ਹੁੰਦਾ ਹੈ। ਦਿਨ ਪ੍ਰਤ ਦਿਨ ਰਾਤ ਦੇ ਇਸ ਖੇਡ ਦੇ ਵਿੱਚ, ਇਸ ਸਮੇਂ ਦੇ ਅੰਦਰ ਤੂੰ ਨਿੱਕਾ ਜਿਹਾ ਮਾਸ ਦਾ ਲੋਥੜਾ ਵੱਡਾ ਹੁੰਦਾ ਹੈ। ਜਿਉਂਦਾ ਹੈ ਤੂੰ, ਚੱਲਦਾ ਹੈ ਤੂੰ, ਤੇਰਾ ਜੀਵਨ ਇਹ ਦਿਨ ਰਾਤ ਦੀ ਕਿਰਿਆ ਚ ਭਾਵ ਸਮੇਂ ਦੇ ਅਧੀਨ ਚੱਲਦਾ ਰਹਿੰਦਾ ਹੈ। ਵਰਦਮਾਨ ਹੋਵਤ ਦਿਨ ਪ੍ਰਤ ਨਿਤ, ਸਤਿਗੁਰੂ ਕਹਿੰਦੇ ਆਵਤ ਨਿਕਟ ਬਿਖਮ ਜਰੀ। ਜਿਉਂ ਜਿਉਂ ਤੂੰ ਉਮਰ ਦੇ ਪੜਾਅ ਲੰਘਦਾ ਹੈ, ਜਵਾਨੀ ਦੀ ਦਹਲੀਜ਼ ਟੱਪਦਾ ਹੈ, ਫਿਰ ਬੁਢੇਪਾ ਤੇਰੇ ਨੇੜੇ ਆਉਂਦਾ ਹੈ। ਤੂੰ ਬੁੱਢਾ ਹੋ ਜਾਣਾ, ਜ਼ਿੰਦਗੀ ਤੇਰੀ ਇਸ ਢੰਗ ਨਾਲ ਚੱਲਦੀ ਹੈ। ਬਿਖਮ ਦਾ ਅਰਥ ਹੁੰਦਾ ਹੈ ਕਠਨ। ਵਿਸ਼ਮ ਤੋਂ ਸ਼ਬਦ ਬਣਿਆ ਬਿਖਮ, ਔਖਾ, ਕਠਨ, ਤਕਲੀਫ ਦੇ, ਮੁਸ਼ਕਲ ਵਾਲਾ। ਭਾਵ ਤੂੰ ਇਹ ਜਿਹੜਾ ਜੀਵਨ ਜਿਉਣਾ ਹੈ, ਕਈ ਮੁਸ਼ਕਲਾਂ ਵੀ ਇਹਦੇ ਚ ਹੰਢਾਉਣਾ ਹੈ, ਬੁਢੇਪੇ ਤੱਕ ਪਹੁੰਚ ਜਾਣਾ ਹੈ। ਬੁਢੇਪੇ ਚ ਜਾ ਕੇ ਤੂੰ ਫਿਰ ਆਪਣੇ ਜੀਵਨ ਚ ਕਈ ਕਮਜ਼ੋਰੀਆਂ ਮਹਿਸੂਸ ਕਰਦਾ ਹੈ, ਸਰੀਰ ਅੰਦਰ ਕਈ ਦੁੱਖ ਤੇਰੇ ਸਰੀਰ ਨੂੰ, ਕਿਉਂਕਿ ਹੰਡਿਆ ਹੁੰਦਾ ਹੈ ਸਰੀਰ। ਦਾਤਾ ਜੀ ਸ਼ਬਦ ਵਰਤਦੇ ਨੇ ਰੇ ਗੁਣਹੀਨ, ਹੇ ਰੱਬ ਦੇ ਗੁਣ ਨੂੰ ਯਾਦ ਨਾ ਕਰਨ ਵਾਲੇ, ਰੱਬ ਦੇ ਉਪਕਾਰ ਨੂੰ ਵਿਸਾਰ ਦੇਣ ਵਾਲੇ, ਰੱਬ ਦੇ ਉਪਕਾਰ ਨੂੰ ਚੇਤੇ ਨਾ ਰੱਖਣ ਵਾਲੇ, ਉਸ ਦਾਤੇ ਦੀਆਂ ਦਿੱਤੀਆਂ ਦਾਤਾਂ ਨੂੰ ਮਨੋ ਵਿਸਾਰ ਦੇਣ ਵਾਲੇ ਵੀ ਵਾਹਿਗੁਰੂ ਤੂੰ ਦਾਤਾ ਹੈ, ਇਹ ਉਹਦਾ ਸੁਭਾਅ ਛੱਡ ਦੇਣ ਵਾਲੇ। ਰੇ ਗੁਣਹੀਨ ਦੀਨ, ਤੇਰੇ ਬਾਰੇ ਹੀ ਕਿਹਾ ਜਾ ਸਕਦਾ ਵੀ ਜੀਵਨ ਬੜਾ ਤੈਨੂੰ ਕੀਮਤੀ ਮਿਲਿਆ, ਪਦਾਰਥ ਵੀ ਬਹੁਤ ਮਿਲੇ, ਰਿਸ਼ਤੇ ਸੰਬੰਧ ਵੀ ਸੰਸਾਰ ਦੇ ਮਿਲੇ, ਹਰ ਚੀਜ਼ ਮਿਲੀ, ਫਿਰ ਵੀ ਤੂੰ ਇੱਕ ਗੱਲੋਂ ਕੰਗਲਾ ਹੀ ਰਿਓ। ਦੀਨ ਦਾ ਅਰਥ ਹੈ ਗਰੀਬ। ਮਾਨਸਿਕ ਔਰ ਆਤਮਿਕ ਤੌਰ ਤੇ ਜੀਵਨ ਦੀ ਕੋਈ ਕਣੀ ਤੇਰੇ ਅੰਦਰ ਨਾ ਰਹੀ, ਭਾਵ ਰੱਬੀ ਗੁਣਾ ਵੱਲੋਂ ਤੂੰ ਕੰਗਾਲ ਹੈ, ਰੱਬੀ ਗੁਣਾ ਵੱਲੋਂ ਤੂੰ ਕੰਗਾਲ ਰਿਓ। ਰੇ ਗੁਣਹੀਨ ਦੀਨ, ਮਾਇਆ ਕਿਰਮ, ਮਾਇਆ ਦਾ ਕੀੜਾ ਬਣ ਕੇ ਹੀ ਸਾਰਾ ਜੀਵਨ ਕੱਢ ਦਿੱਤਾ ਹੈ। ਦਾਤਾ ਜੀ ਆਖਦੇ ਨੇ ਸਿਮਰ ਸੁਆਮੀ ਏਕ ਘੜੀ, ਇੱਕ ਘੜੀ, ਇੱਕ ਪਲ, ਭਾਵ ਥੋੜਾ ਜਿੰਨਾ ਸਮਾਂ ਵੀ ਕਦੇ ਚੇਤਾ ਤੇ ਕਰਕੇ ਵੇਖ, ਤੇਰੇ ਅੰਦਰ ਦੀਆਂ ਭਾਵਨਾਵਾਂ, ਤੇਰੇ ਅੰਦਰ ਦੇ ਖਿਆਲ ਬਦਲ ਜਾਣਗੇ। ਉਸ ਵਾਹਿਗੁਰੂ ਦੀ ਦਿੱਤੀ ਦਾਤ ਨੂੰ ਤੇ ਵਰਤਦਾ, ਉਸ ਦਾਤਾਰ ਦੇ ਗੁਣਾਂ ਨੂੰ ਚੇਤੇ ਕਰਕੇ ਵੇਖ, ਜੀਵਨ ਦਾ ਰਸ ਬਣ ਜਾਏਗਾ। ਤੇ ਬੇਨਤੀ ਕਰ, ਕਰ ਗਹਿ ਲਿਓ। ਕਰ ਦਾ ਅਰਥ ਹੁੰਦਾ ਹੱਥ, ਗਹਿ ਦਾ ਅਰਥ ਹੈ ਫੜ ਲੈਣਾ। ਹੇ ਅਕਾਲ ਪੁਰਖ ਜੀ ਮੇਰਾ ਹੱਥ ਫੜ ਲਓ, ਕਰ ਗਏ ਲਿਓ, ਮੈਨੂੰ ਬਚਾ ਲਓ, ਮੈਂ ਅਹਿਸਾਨ ਫਰਾਮੋਸ਼ੀ ਦੀ ਖੱਡ 'ਚ ਡਿੱਗ ਰਿਹਾ। ਮੈਂ ਤੁਹਾਡੇ ਉਪਕਾਰਾਂ ਨੂੰ ਭੁਲਾ ਕੇ ਲੋਭ ਸਵਾਰਥ ਤੇ ਹਵਸ ਵਿੱਚ ਜ਼ਿੰਦਗੀ ਜੀ ਰਿਹਾ, ਕੱਟ ਰਿਹਾ, ਔਰ ਬੜੇ ਗੁਨਾਹ ਤੇ ਪਾਪ ਵੀ ਮੇਰੀ ਹਵਸ ਮੇਰੇ ਕੋਲੋਂ ਕਰਵਾ ਰਹੀ ਏ। ਇਸ ਕਰਕੇ ਮੈਨੂੰ ਇਸ ਮਾੜੇ ਜੀਵਨ ਦੇ ਨਰਕ ਵਿੱਚੋਂ ਕੱਢ ਲਓ। ਉਚੇਰੀ ਜ਼ਿੰਦਗੀ ਦੇਣ ਵਾਲੇ ਦਾਤਾਰ ਜੀ ਕਰ ਗਏ ਲਿਓ ਕਿਰਪਾਲ, ਕਿਰਪਾ ਨਿਧ, ਹੇ ਕਿਰਪਾ ਦੇ ਘਰ, ਕਿਰਪਾ ਦੇ ਖਜ਼ਾਨੇ, ਮੇਰੇ ਤੇ ਵੀ ਐਸੀ ਰਹਿਮਤ ਕਰੋ। ਨਾਨਕ ਕਾਟ ਭਰਮ ਭਰੀ, ਹੇ ਨਾਨਕ ਇਹ ਬੇਨਤੀ ਕਰ ਵੀ ਅਕਾਲ ਪੁਰਖ ਵਾਹਿਗੁਰੂ ਜੀ ਭਰਮਾਂ ਦੀ, ਭੁਲੇਖਿਆਂ ਦੀ ਜਿਹੜੀ ਮੈਂ ਪੰਡ ਆਪਣੇ ਸਿਰ ਤੇ ਚੁੱਕੀ ਹੋਈ ਹੈ, ਭਾਵ ਬਹੁਤ ਸਾਰੇ ਭੁਲੇਖੇ ਮੈਂ ਆਪਣੇ ਜੀਵਨ 'ਚ ਵੀ ਇਹਦੇ 'ਚ ਹੀ ਸੁੱਖ ਹੈ, ਇਹ ਚਸਕੇ 'ਚ ਹੀ ਸੁੱਖ ਹੈ, ਲੁੱਟ ਖਸੁੱਟ 'ਚ ਹੀ ਸੁੱਖ ਹੈ, ਮੋਹ 'ਚ ਹੀ ਸੁੱਖ ਹੈ। ਮਹਾਰਾਜ ਕਹਿੰਦੇ ਨੇ ਇਹ ਜਿਹੜੇ ਭਰਮ ਮੈਂ ਆਪਣੇ ਜੀਵਨ ਅੰਦਰ ਬਹੁਤ ਇਕੱਠੇ ਕਰ ਲਏ, ਪੰਡ ਬਣਾ ਲਈ ਇਹਨਾਂ ਭਰਮਾਂ ਦੀ। ਭਰੀ ਦਾ ਅਰਥ ਹੈ ਪੰਡ, ਪੋਟਲੀ, ਇਹ ਮੇਰੀ ਕੱਟੀ ਜਾਏ, ਇਹ ਭਰਮਾਂ ਦੀ ਪੰਡ ਖੁੱਲ ਜਾਏ, ਮੈਨੂੰ ਸਚਾਈ ਸਮਝ ਵਿੱਚ ਆ ਜਾਏ, ਐਸੀ ਮੈਂ ਆਸ ਹੇ ਅਕਾਲ ਪੁਰਖ ਵਾਹਿਗੁਰੂ ਜੀ ਕਰਦਾ। ਔਰ ਤੁਹਾਡੇ ਅੱਗੇ ਇਹੀ ਮੇਰੀ ਅਰਦਾਸ ਹੈ ਕਿ ਗੁਰੂ ਦੇ ਉਪਦੇਸ਼ ਰਾਹੀਂ ਮੈਨੂੰ ਐਸਾ ਜੀਵਨ ਮਿਲੇ ਜਿਸ ਜੀਵਨ ਨੂੰ ਮੈਂ ਗੁਰੂ ਦੇ ਉਪਦੇਸ਼ ਦੀ ਸੋਝੀ ਦੇ ਨਾਲ ਜੀ ਸਕਾਂ, ਆਤਮਕ ਆਨੰਦ ਨਾਲ ਹੰਢਾ ਸਕਾਂ। ਸਤਿਗੁਰੂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ।
ਸਭਨਾਂ ਦਾ ਧੰਨਵਾਦ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।